सोहबते नेकां अगर बाशद नसीब दौलते जाबीद आवी ऐ हबीब। तेरी पनाह खुदाए तू बख्शंदगी शेख फरीद खैर दीजै बंदगी। अल्फ अल्लाह चंबे दी बूटी मुरशद मन विच लाई हू अंदर बूटी मुश्क मचाया जां फुलन ते आई हू। जीवे मुरशद कामल बाहू जिन एह बूटी लाई हू। सहज सुन इक बिरवा उपजा धरती जल हर सोखिया कह कबीर हों ताका सेवक जिन एह बिरवा देखिया। ਸਤਿਗੁਰਾਂ ਦੇ ਬਖਸ਼ਾਏ ਹੋਏ ਸਾਰੇ ਸਤਸੰਗਿਓ, ਗੁਰਬਾਣੀ ਵਿਚਾਰ ਗਰੁੱਪ ਦੇ ਪਤਵੰਤੇ ਸਤਵੰਤੇ ਸੱਜਣੋ, ਬਾਕੀ ਵੀ ਸਾਰਾ ਗੁਰੂ ਖਾਲਸਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕ ਓੰਕਾਰ। ਅਨਿਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਨ ਹਾਰਾ। ਸਗਲ ਸਮਗਰੀ ਜਾਂ ਕਾ ਤਨਾ, ਆਪਨ ਜਸ ਆਪ ਹੀ ਸੁਨਾ। ਆਵਨ ਜਾਨ ਇਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕੈ ਮਦ ਅਲਿਪਤੋ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲਏ ਮਿਲ ਸਮਾਏ। ਇਸਤੇ ਹੋਏ ਸੋ ਨਾਹੀ ਬੁਰਾ, ਉਰੈ ਕਹੋ ਕਿਨੈ ਕਛ ਕਰਾ। ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਚ। ਤਾਂ ਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸ ਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਓ ਤਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ 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 ਜਨ ਆਇਆ, ਜਿਹ ਪ੍ਰਸਾਦ ਸਭ ਜਗਤ ਤਰਾਇਆ। ਜਿਸ ਪ੍ਰਸਾਦ ਸਭ ਜਗਤ ਤਰਾਇਆ, ਆਵਨ ਜਾਨ ਕਾ ਇਹ ਸੋ ਆਓ। ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ। ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਤਸੰਗੀ ਜਨੋ, ਪੰਚਮ ਪਾਤਸ਼ਾਹ ਧੰਨ ਧੰਨ ਗੁਰਦੇਵ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦੁਆਰਾ ਬਖਸ਼ੀ ਹੋਈ ਸੁਖਮਨੀ ਸਾਹਿਬ ਪਵਿੱਤਰ ਬਾਣੀ, ਮਹਾਨ ਸ਼ਾਹਕਾਰ ਉਹਨਾਂ ਦਾ, ਉਹਦੀ ਵਿਚਾਰ ਆਪ ਜੀ ਦੇ ਨਾਲ ਆਪਣੀ ਤੁੱਛ ਬੁੱਧੀ ਅਨੁਸਾਰ ਦਾਸਰਾ ਰੋਜ਼ ਸਾਂਝੀ ਕਰ ਰਿਹਾ ਹੈ। ਬਸ 2 ਕੁ ਦਿਨ ਦੀ ਬਾਤ ਹੋ ਰਹਿ ਗਈ ਹੈ, ਜੇ ਸਵਾਸ ਰਹੇ। ਸਾਧ ਸੰਗਤ ਜੀਓ, ਗੁਰੂ ਮਹਾਰਾਜ ਫਰਮਾਉਂਦੇ, ਆਪ ਸਤ ਕੀਆ ਸਭ ਸਤ। ਜਿਹੜਾ ਆਪ ਸੱਚਾ ਹੈ, ਸਦਾ ਹੀ ਰਹਿਣ ਵਾਲਾ ਹੈ, ਉਹਨੇ ਸਭ ਕੁਝ ਬਣਾਇਆ ਹੋਇਆ ਵੀ ਸੱਚਾ ਹੀ ਹੈ।
ਉਹ ਉਹਦੇ ਵਿੱਚ ਆਪ ਬੈਠਾ ਹੈ। ਇਹ ਉਹਦੀ ਰਜ਼ਾ ਹੈ ਵੀ ਜਿੰਨਾ ਚਿਰ ਉਹ ਚਾਹੁੰਦਾ ਹੈ, ਇਹ ਖੇਲ ਤਮਾਸ਼ਾ ਪ੍ਰਪੰਚ ਰਚਿਆ ਹੈ। ਜਦੋਂ ਉਹਨੇ ਸਮਝਣਾ ਵੀ ਇਹਨੂੰ ਹੁਣ ਇਕੱਠਾ ਕਰਨਾ ਹੈ ਤਾਂ ਕਰਖ ਵੀ ਕਰ ਦੇਣਾ, ਉਹਨੂੰ ਇਕੱਠਾ ਵੀ ਕਰ ਲੈਣਾ। ਸਭ ਕੁਛ ਉਸੇ ਤੋਂ ਆਉਂਦਾ, ਉਸੇ ਵਿੱਚ ਹੀ ਸਮਾ ਜਾਂਦਾ। ਇਹ ਜੱਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਕਿਉਂਕਿ ਇਹਦੇ ਵਿੱਚ ਸੱਚਾ ਬੈਠਾ, ਇਸ ਕਰਕੇ ਇਹ ਜਗਤ ਸੱਚਾ ਹੈ, ਸੱਚੇ ਦੀ ਕੋਠੜੀ ਹੈ। ਲੇਕਿਨ ਇਹ ਜਗਤ ਨਾਸ਼ਵਾਨ ਵੀ ਹੈ, ਕੂੜ ਵੀ ਹੈ, ਕਿਉਂਕਿ ਇਹਨੇ ਰਹਿਣਾ ਕੋਈ ਨਹੀਂ ਹੈ। ਦੋਨੋਂ ਪਾਸੇ ਗੁਰਬਾਣੀ ਦੇ ਬਿਆਨ ਕਰੇ ਹੋਏ, ਦੋਹਾਂ ਸਿਰਿਆਂ ਕਾ ਆਪ ਸੁਆਮੀ। ਤਿਸ ਪ੍ਰਭ ਤੇ ਸਗਲੀ ਉਤਪਤ, ਉਸੇ ਪ੍ਰਭੂ ਤੋਂ ਸਾਰੀ ਉਤਪਤੀ ਹੋਈ ਹੈ। ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕ ਓੰਕਾਰ। ਜਦ ਉਹ ਚਾਹੁੰਦਾ ਵਿਸਥਾਰ ਕਰ ਲੈਂਦਾ, ਜਦ ਉਹ ਚਾਹੁੰਦਾ ਤਾਂ ਏਕਾ ਬਣ ਜਾਂਦਾ, ਨਿਰਗੁਣ ਬਣ ਜਾਂਦਾ। ਅਨੇਕ ਕਲਾ ਲਖੀ ਨਹਿ ਜਾਏ, ਉਹਦੀਆਂ ਅਨੰਤ ਕਲਾਵਾਂ ਹੈ, ਸ਼ਕਤੀਆਂ ਹੈ ਔਰ ਤਾਕਤਾਂ ਹੈ, ਉਹ ਕਹੀਆਂ ਨਹੀਂ ਜਾ ਸਕਦੀਆਂ, ਲਖੀਆਂ ਨਹੀਂ ਜਾ ਸਕਦੀਆਂ। ਜਿਸ ਭਾਵੈ ਤਿਸ ਲਏ ਮਿਲਾਏ, ਜਿਹਨੂੰ ਉਹ ਚਾਹੁੰਦਾ ਆਪਣੇ ਨਾਲ ਮਿਲਾ ਲੈਂਦਾ। ਕਵਨ ਨਿਕਟ ਕਵਨ ਕਹੀਏ ਦੂਰ, ਕਿਹਨੂੰ ਕਹੀਏ ਨੇੜੇ, ਕੌਣ ਕਹੀਏ ਕਿਸੇ ਨੂੰ ਵੀ ਦੂਰ ਹੈ। ਉਹ ਕਰਮੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ, ਕੇ ਨੇੜੇ ਕਹਿ ਦੂਰ। ਆਪੇ ਆਪ ਆਪ ਭਰਪੂਰ, ਉਹ ਆਪੇ ਆਪ ਹੈ, ਸਭ ਜਗ੍ਹਾ ਉਹੀ ਸਮਾਇਆ ਹੋਇਆ, ਨੇੜੇ ਵਾਲਿਆਂ 'ਚ ਵੀ ਦੂਰ ਵਾਲਿਆਂ 'ਚ ਵੀ। ਇੱਕ ਵਾਰ ਬਾਬਾ ਜੀ ਨਸਲਪੁਰ ਵਾਲੇ ਬਾਬਾ ਅਜੀਤ ਸਿੰਘ ਜੀ ਨੂੰ ਕਿਸੇ ਸਿੰਘ ਨੇ ਸਵਾਲ ਕਰਿਆ ਸੀ ਵੀ ਬਾਬਾ ਜੀ ਜਦ ਅਸੀਂ ਸਿਮਰਨ ਕਰਨ ਲੱਗਦੇ ਹਾਂ ਜਾਂ ਜਪ ਕਰਨ ਲੱਗਦੇ ਹਾਂ, ਮਨ ਤਾਂ ਬਹੁਤ ਦੂਰ ਭੱਜ ਜਾਂਦਾ, ਨਿਕਲ ਜਾਂਦਾ ਕੋਲ ਤੋਂ। ਅਤੇ ਜਵਾਬ ਉਹਨਾਂ ਨੇ ਇਹ ਦਿੱਤਾ ਸੀ, ਕਹਿੰਦੇ ਸਾਊ ਮਨ ਜਿੱਥੇ ਜਾਂਦਾ ਹੈ ਪ੍ਰਭੂ ਉੱਥੇ ਵੀ ਹੁੰਦਾ, ਉੱਥੇ ਵੀ ਵਾਹਿਗੁਰੂ ਹੁੰਦਾ, ਉੱਥੇ ਹੀ ਜਪ ਲਿਆ ਕਰੋ। ਬਹੁਤ ਖੂਬਸੂਰਤ ਜਵਾਬ ਹੈ ਗੁਰਮਤਿ ਅਨੁਸਾਰ, ਕਿਉਂਕਿ ਹਰ ਜਗ੍ਹਾ ਉਹਦੀ ਹੋਂਦ ਹੈ। ਜਿੱਥੇ ਵੀ ਮਨ ਜਾਂਦਾ ਉਹਨੂੰ ਬਸ ਜਾਣ ਦਿਓ, ਪਰ ਉਹਨੂੰ ਪਰਮਾਤਮਾ 'ਚ ਲਿਆਓ, ਆਪੇ ਹਟ ਜੂਗਾ ਜਾਣ ਤੋਂ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਜਿਹਨੂੰ ਅੰਦਰ ਖਾਤੇ ਉਹ ਸਮਝਾ ਦਿੰਦਾ ਹੈ, ਜਿਹਨੂੰ ਆਤਮਿਕ ਤੌਰ 'ਤੇ ਉਹ ਗਿਆਨ ਕਰਵਾ ਦਿੰਦਾ ਹੈ, ਉਸੇ ਨੂੰ ਸੋਝੀ ਆਉਂਦੀ ਹੈ ਇਸ ਗੱਲ ਦੀ, ਉਹੀ ਬੁਝਦਾ ਹੈ, ਦੂਜਾ ਨਹੀਂ ਬੁਝ ਸਕਦਾ। ਗਾਥਾ ਗੂੜ ਅਪਾਰਨ ਸਮਝਣਾ ਵੇਲਾ ਜਨੈ, ਜਿਹਨੂੰ ਉਹ ਸੋਝੀ ਦੇਵੇ ਉਹ ਸਮਝ ਲੂਗਾ। ਹੁਣ ਸਾਧ ਸੰਗਤ ਜੀ, ਜਿਹੜੇ ਬਾਕੀ ਦੇ ਸਬਜੈਕਟ ਨੇ ਸਭ, ਜਿਵੇਂ ਦੁਨੀਆਦਾਰੀ 'ਚ ਆਪਾਂ ਪੜ੍ਹਦੇ ਹਾਂ, ਫਿਜ਼ਿਕਸ ਕੈਮਿਸਟਰੀ ਹਿਸਟਰੀ ਜੋਗਰਾਫੀ ਵਗੈਰਾ ਮੈਥ ਵਗੈਰਾ, ਉਹਨਾਂ ਨੂੰ ਸਭ ਸਮਝ ਸਕਦੇ, ਸਭ ਪੜ੍ਹਦੇ ਹਾਂ, ਕੋਈ ਜ਼ਿਆਦਾ ਕੋਈ ਘੱਟ, ਕਿਉਂਕਿ ਉਹ ਐਕਸੋਟੈਰਿਕ ਕਹਾਉਂਦੇ ਆ। ਲੇਕਿਨ ਜਿਹੜਾ ਗੁਰਮਤਿ ਹੈ ਜਾਂ ਡਿਵਿਨਿਟੀ ਹੈ ਜਿਹੜੀ, ਜਾਂ ਗੁਰਬਾਣੀ ਹੈ, ਇਹਨੂੰ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ ਵੀ ਸਮਝ ਜਾਵੇ। ਇਹਨੂੰ ਆਈਸੋਟੈਰਿਕ ਕਹਿੰਦੇ। ਆਈਸੋਟੈਰਿਕ ਹੁੰਦਾ ਵੀ ਤੁਸੀਂ 1000 ਬੰਦਿਆਂ ਨੂੰ ਦੱਸੋ ਕੋਈ ਗੱਲ, ਉਹ ਇੱਕ ਅੱਧੇ ਨੇ ਸਮਝਣੀ, ਦੂਜੇ ਨਹੀਂ ਸਮਝਦੇ ਉਹਨੂੰ ਕਦੇ ਵੀ, ਕਿਉਂਕਿ ਇਹ ਆਮ ਸਿੱਖਿਆ ਹੈ ਹੀ ਨਹੀਂ। ਇਹ ਚੌਥੇ ਪਦ ਦੀ ਜਿਹੜੀ ਸਮਝ ਹੈ ਉਹ ਸਾਨੂੰ ਤਿੰਨਾਂ ਗੁਣਾਂ 'ਚ ਕਿਵੇਂ ਆ ਸਕਦੀ ਹੈ? ਜੇ ਕਿਰਪਾ ਕਰ ਦੇਵੇ ਤਾਂ ਹੀ ਆ ਸਕਦੀ ਹੈ। ਸਰਬ ਭੂਤ ਆਪ ਵਰਤਾਰਾ, ਸਭ ਸਰੀਰਾਂ ਦੇ ਵਿੱਚ ਆਪ ਵਰਤਿਆ ਹੋਇਆ, ਕੋਈ ਉਸ ਤੋਂ ਖਾਲੀ ਨਹੀਂ ਹੈ। ਜਿੰਨੀਆਂ ਵੀ ਹਸਤੀਆਂ ਸਭ ਦੇ ਵਿੱਚ ਉਹਦਾ ਪ੍ਰਵੇਸ਼ ਹੈ। ਸਰਬ ਨੈਣ ਆਪ ਵੇਖਣਹਾਰਾ, ਸਾਰੇ ਉਹਦੇ ਨੈਣ ਦੇਖ ਰਹੇ ਹੈ। ਮਤਲਬ ਇਹ ਉਹ ਜਿਹੜੀਆਂ ਸਭ ਅੱਖਾਂ ਹੈ ਉਹ ਉਸੇ ਦੀਆਂ, ਉਹਨਾਂ 'ਚ ਵੀ ਆਪੇ ਦੇਖਣਹਾਰਾ ਬਣਿਆ ਹੋਇਆ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨੰਨਾ ਇੱਕ ਤੋਹੇ। ਸਭ ਮੂਰਤਾਂ ਵੀ ਉਹਦੀਆਂ ਹੈ, ਸਭ ਅੱਖਾਂ ਵੀ ਉਹਦੀਆਂ, ਉਹਦੇ ਹਜ਼ਾਰਾਂ ਹੀ ਅੱਖਾਂ ਹੈ, ਕਰੋੜਾਂ ਹੀ ਅੱਖਾਂ ਹੈ, ਪਰ ਉਹਦੇ ਇੱਕ ਵੀ ਅੱਖ ਨਹੀਂ ਹੈ। ਇਹ ਹੈ ਗੁਰਮਤਿ। ਅਸੀਂ ਸੋਚੋਗੇ ਬੁੱਧੀ ਜਾਂ ਤਾਂ ਬਈ ਇੱਕ ਜਾਂ ਦੋ ਅੱਖਾਂ ਹੈ, ਜਾਂ ਫਿਰ ਕਿਸੇ ਦੇ 1000 ਹੋਵੇ ਤਾਂ ਜੁਦੀ ਗੱਲ ਹੈ। ਵੀ ਇੱਕਣ ਕਿਵੇਂ ਹੋ ਸਕਦਾ ਵੀ ਉਹਦੇ ਇੱਕ ਵੀ ਅੱਖ ਨਹੀਂ, ਉਹਦੇ ਹਜ਼ਾਰਾਂ ਵੀ ਅੱਖਾਂ, ਇੱਕੋ ਟਾਈਮ 'ਚ ਦੋ ਚੀਜ਼ਾਂ ਕਿਵੇਂ ਹੁੰਦੀਆਂ? ਦਿਸ ਇਜ਼ ਵੈਰੀ ਮਚ ਪੋਸੀਬਲ ਇਨ ਡਿਵਿਨਿਟੀ। ਜਿਵੇਂ ਕੱਲ੍ਹ ਵੀ ਵਿਚਾਰ ਕਰੀ ਸੀ ਵੀ ਇੱਕੋ ਟਾਈਮ 'ਤੇ ਉਹ ਮਾਂ ਵੀ ਹੈ, ਬਾਪ ਵੀ ਹੈ, ਪੁੱਤ ਵੀ ਹੈ, ਭਰਾ ਵੀ ਹੈ, ਦੋਸਤ ਵੀ ਹੈ, ਬੇਲੀ ਵੀ, ਸਭ ਕੁਛ ਹੈ ਉਹ। ਹਾਲਾਂਕਿ ਸੰਸਾਰ 'ਚ ਇੱਕ ਟਾਈਮ 'ਚ ਇੱਕ ਹੀ ਹੋਏਗਾ, ਜਾਂ ਪੁੱਤਰ ਹੋਊਗਾ, ਜਾਂ ਮਾਤਾ ਹੋਊਗਾ, ਜਾਂ ਭੈਣ, ਜਾਂ ਕੋਈ ਦੋਸਤ ਹੋਊਗਾ। ਇਹੀ ਗੁਰਮਤਿ ਦੀ ਖੂਬੀ ਹੈ, ਧਾਰਮਿਕ ਜਗਤ ਦੀ ਇਹੀ ਇੱਕ ਖਾਸਾ ਹੈ। ਸਗਲ ਸਮੱਗਰੀ ਜਾਂ ਕਾ ਤਨਾ, ਸਾਰੀ ਸਮੱਗਰੀ ਜਿੰਨੀ ਵੀ ਯੂਨੀਵਰਸ 'ਚ ਹੈ
ਆਹ ਧਰਤੀ ਵੀ, ਬਾਕੀ ਧਰਤੀਆਂ ਵੀ, ਔਰ ਸਾਰੇ ਬ੍ਰਹਿਮੰਡ ਦੇ ਵਿੱਚ ਜਿੰਨੇ ਵੀ ਤਾਰੇ ਸਿਆਰੇ ਜੋ ਕੁਝ ਵੀ ਹੈ, ਸਭ ਉਹਦਾ ਤਣਾ ਹੈ। ਤਣਾ ਹੁੰਦਾ ਸਰੀਰ, ਪੁੱਤਰ ਨੂੰ ਵੀ ਵੈਸੇ ਤਣਾ ਕਹਿੰਦੇ ਆ। ਸਭ ਉਹਦਾ ਹੀ ਸਰੀਰ ਹੈ। ਆਪਨ ਜਸ ਆਪ ਹੀ ਸੁਣਾ, ਉਹ ਆਪੇ ਜਸ ਕਰਦਾ, ਆਪੇ ਸੁਣਨੇ ਵਾਲਾ। ਵਕਤਾ ਵੀ ਉਹੀ ਹੈ ਔਰ ਸੁਣਨੇ ਵਾਲਾ ਸਰੋਤਾ ਵੀ ਉਹੀ। ਆਵਨ ਜਾਨ ਇੱਕ ਖੇਲ ਬਣਾਇਆ। ਇਹ ਆਉਣਾ ਜਾਣਾ ਤਾਂ ਉਹਦਾ ਇੱਕ ਖੇਲ ਹੈ, ਪ੍ਰਪੰਚ ਹੈ। ਸਾਨੂੰ ਲੱਗਦਾ ਵੀ ਮੇਰੇ ਮਾਤਾ ਜੀ ਗੁਜ਼ਰ ਗਏ। ਗੁਰਬਾਣੀ ਫਰਮਾਉਂਦੀ ਹੈ ਵੀ ਨਾ ਕੁਛ ਨਹੀਂ ਮਰਦਾ ਇੱਥੋਂ, ਨਾ ਹੀ ਕੁਛ ਜੰਮਦਾ ਨਾ ਮਰਦਾ। ਇਹ ਉਹਦਾ ਖੇਡ ਹੈ, ਇਹ ਮਾਇਆ ਹੈ। ਮਾਇਆ ਰੂਪ ਬਟਾ ਜਾਂਦੀ ਹੈ, ਐਨਰਜੀ ਵੀ ਰੂਪ ਬਟਾ ਜਾਂਦੀ ਹੈ। ਜਿਵੇਂ ਸਾਇੰਸ ਦਾ ਅਸੂਲ ਹੈ ਨਾ ਵੀ ਐਨਰਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਟ ਡਿਸਟਰੋਇਡ, ਇਸੇ ਤਰ੍ਹਾਂ ਮੈਟਰ ਹੈ। ਮੈਟਰ ਕੈਨ ਨਾਈਦਰ ਬੀ ਕ੍ਰੀਏਟਡ ਨੋਟ ਡਿਸਟਰੋਇਡ, ਇਟ ਰਿਮੇਨਸ ਕੌਂਸਟੈਂਟ। ਜਿੰਨਾ ਸੰਸਾਰ ਦੇ ਵਿੱਚ ਕਿਸੇ ਟਾਈਮ ਇੱਕ ਟਾਈਮ ਪਦਾਰਥ ਪਾ ਦਿੱਤਾ ਉਨਾ ਹੀ ਰਹੇਗਾ। ਇੱਕ ਭੋਰਾ ਮਾਤਰ ਵੀ ਨਾ ਵਧੂਗਾ ਨਾ ਘਟੂਗਾ। ਇਹ ਉਹਦੀ ਖੇਡ ਹੈ, ਰੂਪ ਵਟਾ ਦਿੰਦਾ। ਹੁਣ ਸਰੀਰ ਹੈ, ਪੰਜ ਭੂਤਕਾਂ 'ਚ ਮਿਲ ਜਾਣਾ, ਜਾਂ ਜਲਾ ਦੇਣਾ ਜਾਂ ਮਿੱਟੀ 'ਚ ਦੱਬ ਦੇਣਾ। ਮਰਦਾ ਜੰਮਦਾ ਅਸਲ 'ਚ ਕੁਛ ਵੀ ਨਹੀਂ ਹੈ, ਸਾਡੇ ਇੱਕ ਭ੍ਰਾਂਤੀ ਹੈ ਮਨ ਦੀ। ਕਹੋ ਨਾਨਕ ਗੁਰ ਭਰਮ ਚੁਕਾਇਆ, ਨਾ ਕੋਈ ਮਰੈ ਨਾ ਆਵੈ ਜਾਇਆ। ਇਹ ਖੇਡ ਹੈ ਉਹਦੀ। ਆਗਿਆਕਾਰੀ ਕੀਨੀ ਮਾਇਆ, ਮਾਇਆ ਨੂੰ ਸਾਡੀ ਆਗਿਆ 'ਚ ਕਰਿਆ ਹੋਇਆ ਵੀ ਤੁਸੀਂ ਇਹ 'ਤੇ ਕੰਮ ਲਓ। ਜੇ ਇਹ 'ਤੇ ਕੰਮ ਨਹੀਂ ਲੈਣੇ, ਇਹਨੂੰ ਆਪਣੇ ਸਿਰ ਪਰ ਬਿਠਾ ਲੈਣਾ, ਫਿਰ ਦੁਰਗਤੀ ਹੋਊਗੀ। ਮਾਇਆ ਤੋਂ ਕੰਮ ਲੈਣਾ। ਜਿਵੇਂ ਘੋੜਾ ਹੁੰਦਾ, ਘੋੜੇ ਦੇ ਉੱਪਰ ਆਪ ਬੈਠਣਾ, ਆਪਣੇ ਉੱਪਰ ਨਹੀਂ ਘੋੜੇ ਨੂੰ ਬਿਠਾਲਣਾ। ਬਿਲਕੁਲ ਇਸੇ ਤਰ੍ਹਾਂ ਸਭ ਕੈ ਮੱਧ ਅਲਿਪਤੋ ਰਹਿ, ਉਹ ਸਾਰਿਆਂ ਦੇ ਵਿੱਚ ਵੀ ਹੈ, ਮੱਧ ਵਿਚਕਾਰ, ਔਰ ਸਭ ਤੋਂ ਅਲੇਪ ਵੀ ਹੈ। ਕਮਲ ਦੇ ਫੁੱਲ ਦੀ ਤਰ੍ਹਾਂ, ਮੁਰਗਾਬੀ ਦੀ ਤਰ੍ਹਾਂ ਅਲੇਪ ਵੀ ਹੈ, ਵਿੱਚ ਵੀ ਹੈ, ਵਿਚਕਾਰ ਵੀ ਹੈ। ਜੋ ਕੁਛ ਕਹਿਣਾ ਸੋ ਆਪੇ ਕਹੈ, ਜੋ ਕੁਛ ਵੀ ਉਹਨੇ ਕਹਿਣਾ ਉਹ ਆਪੇ ਕਹਿ ਰਿਹਾ। ਸਾਰਾ ਕੁਛ ਦੁਨੀਆ ਦੇ ਵਿੱਚ ਹਉ ਆਪੋਂ ਬੋਲ ਨਾ ਜਾਣਦਾ। ਆਗਿਆ ਆਵੇ ਆਗਿਆ ਜਾਏ, ਉਹਦੀ ਆਗਿਆ 'ਚ ਬੰਦਾ ਆਉਂਦਾ, ਆਗਿਆ ਵਿੱਚ ਚਲੇ ਜਾਂਦਾ। ਨਾਨਕ ਜਾਂ ਭਾਵੈ ਤਾਂ ਲਏ ਸਮਾਏ, ਜਿਹਨੂੰ ਉਹ ਚਾਹੁੰਦਾ ਹੈ ਉਹਨੂੰ ਆਪਣੇ ਨਾਲ ਮਿਲਾ ਲੈਂਦਾ। ਬਾਕੀ ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਵਿੱਚ ਆਉਂਦੀ ਹੈ, ਜਾਂਦੀ ਹੈ। ਜਿੱਥੇ ਆਪਣਾ ਭਾਣਾ ਵਰਤਾ ਦਿੰਦਾ ਹੈ, ਗੁਰੂ ਨੂੰ ਮਿਲਾ ਕੇ, ਸੰਤ ਨੂੰ ਮਿਲਾ ਕੇ ਉਹਨੂੰ ਬਾਹਰ ਕੱਢ ਲੈਂਦਾ ਆਉਣੇ ਜਾਣੇ ਦੇ ਚੱਕਰ 'ਚੋਂ। ਇਸ 'ਤੇ ਹੋਵੇ ਸੋ ਨਾ ਹੀ ਬੁਰਾ, ਜੋ ਕੁਛ ਉਹ ਕਰਦਾ ਹੈ ਉਹ ਕਦੇ ਬੁਰਾ ਨਹੀਂ ਕਰਦਾ। ਸਾਨੂੰ ਬੁਰਾ ਲੱਗਦਾ ਉਹ, ਕਿਉਂਕਿ ਸਾਡੀ ਸਮਝ ਤ੍ਰੈ ਗੁਣਾ 'ਚ ਹੈ। ਉਹ ਸਭ ਕੁਝ ਚੰਗਾ ਹੀ ਕਰਦਾ ਹੈ, ਕਦੇ ਬੁਰਾ ਨਹੀਂ ਕਰਦਾ ਕਿਸੇ ਦਾ। ਉਰੇ ਕਹੋ ਕਿਨੇ ਕਛ ਕਰਾ, ਉਸ ਤੋਂ ਉਰੇ ਉਰੇ ਦੱਸੋ ਕਿਸੇ ਨੇ ਕੁਛ ਕਰਿਆ ਕਦੇ? ਕੋਈ ਨਹੀਂ ਕਰ ਸਕਦਾ। ਸਭ ਉਹੀ ਹੈ ਕਰਨ ਵਾਲਾ। ਆਪ ਭਲਾ ਕਰਤੂਤ ਅਤ ਨੀਕੀ, ਉਹ ਆਪ ਵੀ ਭਲਾ ਹੈ, ਉਹਦੀ ਕਰਤੂਤ ਵੀ ਬਹੁਤ ਸੁੰਦਰ ਹੈ। ਆਪੇ ਜਾਣੇ ਆਪਣੇ ਜੀ ਕੀ, ਆਪਣੇ ਹਿਰਦੇ ਦੀ ਆਪ ਜਾਣਦਾ ਉਹ। ਆਪ ਸਾਚ ਧਾਰੀ ਸਭ ਸਾਚ, ਉਹ ਆਪ ਵੀ ਸੱਚਾ ਹੈ। ਜੋ ਕੁਛ ਉਹਨੇ ਬਣਾਇਆ ਇਸ ਯੂਨੀਵਰਸ, ਇਹ ਵੀ ਸਭ ਸੱਚਾ ਹੈ। ਓਤ ਪੋਤ ਆਪਨ ਸੰਗ ਰਾਚ, ਬਿਲਕੁਲ ਓਤ ਪੋਤ ਹੈ। ਜਿਵੇਂ ਤਾਣਾ ਬਾਣਾ ਹੁੰਦਾ ਹੈ ਖੱਡੀ ਦਾ, ਇਸ ਤਰੀਕੇ ਨਾਲ ਸਭ ਦੇ ਅੰਦਰ ਸਮਾਇਆ ਹੋਇਆ। ਤਾਂ ਕਿ ਗਤ ਮਿੱਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਉਹਦੀ ਗਤ ਮਿੱਤ ਲਖੀ ਨਹੀਂ ਜਾ ਸਕਦੀ, ਕਿਉਂਕਿ ਬੰਦੇ ਦੀ ਜਿਹੜੀ ਬੁੱਧੀ ਹੈ, ਅਸੀਂ ਜੋ ਸੋਚਦੇ ਹਾਂ ਉਹ ਸਾਡੀ ਅਲਪਗਤਾ ਹੈ, ਉਹ ਸਰਵੱਗ ਹੈ। ਅਸੀਂ ਕਿਵੇਂ ਜਾਣੀਏ ਉਹਦੇ ਬਾਰੇ 'ਚ, ਉਹਦੀ ਗਤ ਮਿੱਤ ਨੂੰ? ਮੱਛੀ ਸਮੁੰਦਰ ਦਾ ਥਾਂ ਕਿਵੇਂ ਪਾਵੇ? ਜੇ ਉਹੋ ਜਿਹਾ ਕੋਈ ਹੋਰ ਹੋਵੇ ਤਾਂ ਉਹਨੂੰ ਜਾਣੇ। ਉਹਨੇ ਆਪਣਾ ਸ਼ਰੀਕ ਕਿਸੇ ਨੂੰ ਨਹੀਂ ਬਣਾਇਆ। ਦੂਜਾ ਉਹਦੇ ਵਰਗਾ ਕੋਈ ਨਹੀਂ ਹੈ, ਉਹ ਕੇਵਲ ਆਪੇ ਆਪ ਹੈ। ਜਿਹੜੇ ਗੁਰੂ ਸਾਹਿਬਾਨ ਔਰ ਸੰਤ ਭਗਤ ਵੀ ਹੋਏ ਹੈ, ਉਹਨਾਂ ਨੇ ਵੀ ਇਹੀ ਬਾਤ ਕਹੀ ਹੈ। ਉਹੀ ਸਾਰਾ ਦਿਨ ਤੂੰ ਹੀ ਕਰਦੇ ਰਹੇ ਹੈ। ਬੇਸ਼ੱਕ ਸਾਨੂੰ ਹੁਕਮ ਇਹ ਵੀ ਹੈ ਵੀ ਅਸੀਂ ਉਹਨਾਂ ਨੂੰ ਪਾਰ ਬ੍ਰਹਮ ਕਰਕੇ ਨਮਸਕਾਰ ਕਰਨੀ ਹੈ। ਗੁਰ ਸਤਿਗੁਰ ਨੂੰ ਪਾਰ ਬ੍ਰਹਮ ਕਰਕੇ ਨਮਸਕਾਰ ਕਰਨੀ ਹੈ। ਭੱਟਾਂ ਨੇ ਵੀ ਇਹ ਗੱਲ ਬਾਤ ਕਹੀ ਹੋਈ ਹੈ। ਲੇਕਿਨ ਇਹ ਵੀ ਸਮਝਣਾ ਹੈ ਵੀ ਉਹ ਇਕੱਲਾ ਆਪੇ ਆਪ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ ਹੋ ਰਿਹਾ। ਉਹਦੇ ਵਰਗੇ ਹੈ ਜ਼ਰੂਰ ਸੰਤ ਭਗਤ, ਲੇਕਿਨ ਉਹ ਆਪੇ ਆਪ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ ਹੈ। ਉਹਦੇ ਵਿੱਚ ਮਿਲ ਸਕਦੇ ਹੈ, ਉਹਦਾ ਥਹੁ ਨਹੀਂ ਪਾ ਸਕਦੇ, ਅੰਤ ਨਹੀਂ ਪਾ ਸਕਦੇ। ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ।
ਇਹ ਵੀ ਇੱਕ ਗੱਲ ਹੈ ਸਾਧ ਸੰਗਤ ਜੀ, ਉਹ ਦੁਨੀਆ ਦੇ ਸਾਰੇ ਮਹਾਂਪੁਰਸ਼, ਕਿਸੇ ਵੀ ਧਰਮ ਦੇ ਕੋਈ ਰਹਿਬਰ ਪੈਗੰਬਰ ਜੋ ਵੀ ਹੋਏ ਹੈ, ਉਹਨਾਂ ਦੇ ਕੋਲ ਆਨੰਦ ਸਭ ਕੋਲ ਹੁੰਦਾ ਹੈ, ਲੇਕਿਨ ਗਿਆਨ ਦੀ ਅਵਸਥਾ ਵਿਵੇਕ ਦੀ ਅਲੱਗ-ਅਲੱਗ ਹੁੰਦੀ। ਆਨੰਦ ਸਭ ਕੋਲ ਹੈ, ਉਹਦੇ 'ਚ ਸਭ ਮਿਲ ਜਾਂਦੇ ਹੋ, ਪਰ ਗਿਆਨ ਦੀ ਅਵਸਥਾ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੇ ਪੱਲੇ ਸੀ ਉਹ ਕਿਸੇ ਕੋਲ ਨਹੀਂ ਹੋ ਰਿਹਾ। ਇਸੇ ਕਰਕੇ ਪੰਚਮ ਪਾਤਸ਼ਾਹ ਨੇ ਲਿਖਿਆ ਵੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਕਈ ਸਾਡੇ ਭਰਾ ਇਹ ਵੀ ਕਹਿੰਦੇ ਆ ਵੀ ਨਹੀਂ ਜੀ ਉਹ ਸਤਿਗੁਰੂ ਨੂੰ ਬੜਾ ਕਹਿ ਰਹੇ ਹਨ। ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਵਿਆਕਰਨਕ ਤੌਰ 'ਤੇ ਇਹ ਜਿਹੜਾ ਸ਼ਬਦ ਹੈ ਇਹਦੇ ਅਰਥ ਇਹ ਬਣਦੇ ਵੀ ਗੁਰੂ ਨਾਨਕ ਸਭ ਤੋਂ ਵੱਡੇ ਹੈ, ਕਿਉਂਕਿ ਨਾਨਕ ਦੇ ਕੱਕੇ ਨੂੰ ਔਂਕੜ ਲੱਗੀ ਹੋਈ ਹੈ। ਨਾਨਕ ਹੀ ਵੱਡੇ ਹੈ। ਇਹ ਨਹੀਂ ਹੈ ਵੀ ਨਾਨਕ ਸਾਹਿਬ ਫਰਮਾ ਰਹੇ हैं ਵੀ ਸਤਿਗੁਰੂ ਵੱਡਾ, ऐसा नहीं है उरे अर्थ व्याकरणिक तौर पर। तो ਗਿਆਨ ਦੀ ਅਵਸਥਾ ਅਲੱਗ-ਅਲੱਗ ਹੁੰਦੀ ਹੈ, ਲੇਕਿਨ ਆਨੰਦ ਸਭ ਕੋਲ ਹੁੰਦਾ ਹੈ, ਉਹਦੇ ਵਿੱਚ ਸਭ ਮਿਲ ਜਾਂਦੇ। ਇਸੇ ਕਰਕੇ ਭਗਤਾਂ ਦਾ ਅਤੇ ਬ੍ਰਹਮ ਗਿਆਨੀਆਂ ਦਾ ਵੀ ਅੰਤਰ ਹੁੰਦਾ। ਬੇਸ਼ੱਕ ਅਸੀਂ ਉਹਨਾਂ ਨੂੰ ਪਰਾਇਵਾਚੀ ਵੀ ਸ਼ਬਦ ਮੰਨਦੇ ਹਾਂ, ਕਹਿੰਦੇ ਹਾਂ, ਲੇਕਿਨ ਫਰਕ ਫਿਰ ਵੀ ਹੁੰਦਾ। ਤਿਸਕਾ ਕੀਆ ਸਭ ਪ੍ਰਵਾਨ, ਉਸਦਾ ਕਰਿਆ ਹੋਇਆ ਸਭ ਪ੍ਰਵਾਨ ਹੈ। ਗੁਰ ਪ੍ਰਸਾਦ ਨਾਨਕ ਇਹ ਜਾਣ, ਇਸ ਗੱਲ ਨੂੰ ਮੰਨ ਲਓ ਗੁਰੂ ਦੀ ਕਿਰਪਾ ਦੇ ਨਾਲ ਸੰਤ ਜਨੋ, ਬਈ ਤਿਸਕਾ ਕੀਆ ਸਭ ਪ੍ਰਵਾਨ, ਸਭ ਅੱਛਾ ਮੰਨੋ। ਕੋਈ ਆਏ ਨਾ ਸਮਝੋ ਵੀ ਨਹੀਂ ਜੀ ਆਹ ਠੀਕ ਨਹੀਂ ਹੈ, ਫਿਰ ਤਾਂ ਬੁੱਧੀ ਆ ਗਈ ਸਾਡੀ। ਉਹਦੇ ਹੁਕਮ ਵਿੱਚ ਆ ਜਾਓ, ਟੋਟਲ ਭਾਣੇ ਵਿੱਚ ਜੋ ਤੂੰ ਕਰ ਰਿਹਾ ਉਹ ਠੀਕ ਹੈ, ਅਸੀਂ ਕੁਛ ਨਹੀਂ ਹੈ, ਸਾਡੀ ਸਮਝ ਬੇਕਾਰ ਹੈ, ਅਸੀਂ ਔਗਣਾਂ ਨਾਲ ਭਰੇ ਹੋਏ ਹਾਂ, ਜੋ ਤੂੰ ਕਰ ਰਿਹਾ ਉਹ ਠੀਕ ਹੈ। ਪਹਿਲਾਂ ਮਤਾ ਪਕਾਇਆ ਜਦੋਂ ਸੁਲੀ ਖਾਂ ਚੜ੍ਹ ਕੇ ਆ ਰਿਹਾ ਸੀ ਪੰਚਮ ਪਾਤਸ਼ਾਹ ਦੇ ਉੱਪਰ ਮਾਰਨ ਵਾਸਤੇ, ਪਿਰਥੀ ਚੰਦ ਦੇ ਸੱਦੇ ਦੇ ਉੱਤੇ, ਪਹਿਲਾਂ ਮਤਾ ਪਕਾਇਆ ਵੀ ਦੋਏ ਮਨੁੱਖਾਂ ਨੂੰ ਪਹੁੰਚਾਓ ਉੱਥੇ। ਪ੍ਰਥਮ ਮਤਾ ਦੋਏ ਮਨੁੱਖ ਨਹੀਂ, ਪ੍ਰਥਮੇ ਮਤਾ ਬਈ ਕੁਛ ਦੋ ਮਨੁੱਖਾਂ ਨੂੰ ਪਹੁੰਚਾਓ, ਫਿਰ ਮਤਾ ਆਇਆ ਵੀ ਕੁਛ ਉਪਾਅ ਕਰੋ। ਪਰ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ, ਹਮ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ, ਅਸੀਂ ਤਾਂ ਤੇਰੀ ਓ ਟੇਕ ਲੈਣੀ ਹੈ। ਜਿਹੜਾ ਬਦੀ ਪਰ ਉਤਰਿਆ ਵਾ ਹੁੰਦਾ ਉਹ ਨਾ ਤਾਂ ਬੰਦਿਆਂ ਦੀ ਗੱਲ ਸਮਝਦਾ, ਨਾ ਹੀ ਕਿਸੇ ਰੀਜਨ ਲੌਜਿਕ ਨੂੰ ਸਮਝਦਾ ਹੁੰਦਾ। ਉਹਨੂੰ ਫਿਰ ਪਰਮਾਤਮਾ ਹੀ ਸਿੱਧਾ ਕਰਦਾ। ਚਾਹੇ ਅੱਗੇ ਵਾਲਾ ਜਿਹੜਾ ਮਨੁੱਖ ਹੈ, ਜਿਹੜਾ ਮਜ਼ਲੂਮ ਹੈ, ਉਹਨੂੰ ਸ਼ਕਤੀ ਦੇ ਦੇਵੇ, ਖੰਡਾ ਫੜਾ ਦੇਵੇ ਹੱਥ ਵਿੱਚ, ਚਾਹੇ ਸਿੱਧਕੀ ਸ਼ਹੀਦੀ ਨਾਲ ਉਹਨੂੰ ਹਰਾਵੇ, ਉਹਦੀ ਹਾਰ ਹੁੰਦੀ ਜ਼ਾਲਮ ਦੀ ਹਮੇਸ਼ਾ। ਪ੍ਰਥਮੇ ਮਤਾ ਜੇ ਪੱਤਰੀ ਚਲਾਵੋ, ਪਹਿਲਾਂ ਮਤਾ ਆਇਆ ਸੀ ਵੀ ਕੋਈ ਪੱਤਰ ਭੇਜੋ ਉਹਨੂੰ ਵੀ ਤੂੰ ਸਾਡੇ ਪਰ ਚੜ੍ਹ ਕੇ ਆ ਰਿਹਾ ਸੀ, ਕਿਆ ਕਸੂਰ ਕਰਿਆ, ਤੇਰਾ ਕਿਆ ਵਿਗਾੜਿਆ। ਦਵਿਤੀਆ ਮਤਾ ਦੋਏ ਮਾਨੁਖ ਪਹੁੰਚਾਵੋ, ਵੀ ਦੋ ਮਨੁੱਖਾਂ ਨੂੰ ਭੇਜੋ, ਬਾਬਾ ਬੁੱਢਾ ਜੀ ਵਰਗਿਆਂ ਨੂੰ ਮੂਹਰੇ ਵਾਲੀ ਨਹੀਂ। ਤ੍ਰਿਤੀਆ ਮਤਾ ਕਿਛ ਕਰੋ ਪਾਇਆ, ਫਿਰ ਮਤਾ ਤੀਜਾ ਇਹ ਆਇਆ ਵੀ ਕੁਛ ਉਪਾਅ ਕਰ ਲਓ, ਨਹੀਂ। ਗੁਰੂ ਸਾਹਿਬ ਕਹਿੰਦੇ ਨਾ, ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਤੋ ਸਾਧ ਸੰਗਤ ਜੀਓ, ਗੁਰ ਪ੍ਰਸਾਦ ਨਾਨਕ ਇਹ ਜਾਣ, ਇਸ ਗੱਲ ਨੂੰ ਜਾਣੋ ਵੀ ਜੋ ਤੂੰ ਕਰ ਰਿਹਾ ਸਭ ਠੀਕ ਕਰ ਰਿਹਾ, ਤੇਰੇ ਹੁਕਮ 'ਚ ਹੋ ਰਿਹਾ। ਜੋ ਜਾਣੈ ਤੇ ਸਦਾ ਸੁੱਖ ਹੋਏ, ਜਿਹੜਾ ਇਸ ਗੱਲ ਨੂੰ ਜਾਣ ਗਿਆ ਵੀ ਤੂੰ ਹੀ ਕਰ ਰਿਹਾ, ਉਹਨੂੰ ਸਦਾ ਵਾਸਤੇ ਸੁੱਖ ਹੈ, ਕਦੇ ਦੁੱਖ ਨਹੀਂ ਆਊਗਾ। ਕਿਉਂਕਿ ਜੇ ਦੁੱਖ ਆ ਵੀ ਗਿਆ, ਜਿਹਨੂੰ ਸੰਸਾਰ ਦੁੱਖ ਸਮਝਦਾ, ਉਹਨੇ ਉਹਨੂੰ ਜਦ ਲੈਣਾ ਵੀ ਤਹੀਂ ਤਾਂ ਕਰ ਰਿਹਾ, ਮੇਰਾ ਉਜ਼ਰ ਕਿਆ ਇਹਦੇ 'ਚ, ਤੇਰਾ ਕੀਆ ਮਿੱਠਾ ਲੱਗ ਰਿਹਾ, ਤੇਰਾ ਭਾਣਾ ਮਿੱਠਾ ਲੱਗ ਰਿਹਾ, ਫਿਰ ਉਜ਼ਰ ਕਾਹਦਾ। ਆਪ ਮਿਲਾਏ ਲਏ ਪ੍ਰਭ ਸੋਏ, ਜੇ ਉਹ ਆਪਣੇ ਨਾਲ ਮਿਲਾ ਲਵੇ ਉਸ ਬੰਦੇ ਨੂੰ ਸੋਝੀ ਆਉਂਦੀ ਨਾ ਬਾਤਾਂ ਦੀ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਜਿਹਦੇ ਹਿਰਦੇ 'ਚ ਭਗਵੰਤ ਪ੍ਰਗਟ ਹੋ ਗਿਆ, ਨਾਮ ਦਾ ਵਾਸਾ ਹੋ ਗਿਆ, ਉਹ ਜੀਵਨ ਮੁਕਤ ਵੀ ਹੈ, ਕਿਉਂਕਿ ਉਹਦੀ ਹਉਮੈ ਟੁੱਟ ਜਾਂਦੀ ਹੈ, ਉੱਥੇ ਪ੍ਰਗਟ ਹੁੰਦਾ ਨਾਮ। ਜੀਵਨ ਮੁਕਤ ਸੋ ਆਖੀਐ ਜਿਸ ਵਿੱਚੋਂ ਹਉਮੈ ਜਾਏ, ਅਲੱਗ-ਅਲੱਗ ਢੰਗ ਹੈ ਕਹਿਣ ਦੇ। ਉਹੀ ਧਨਵੰਤਾ ਹੈ, ਉਹੀ ਕੁਲਵੰਤਾ ਹੈ, ਉਹੀ ਪਤਵੰਤਾ ਹੈ। ਚੰਗੀ ਕੁਲ ਵਾਲਾ, ਪੱਤ ਵਾਲਾ ਔਰ ਧਨ ਵਾਲਾ। ਜਿਹਦੇ ਪੱਲੇ ਨਾਮ ਨਹੀਂ ਹੈ ਉਹ ਬਿਲਕੁਲ ਕੰਗਲਾ ਹੈ, ਜਿਹਦੇ ਪੱਲੇ ਨਾਮ ਹੈ ਉਹ ਗੁਣੀ ਗਹੀਰ ਹੈ, ਉਹ ਧਨਵੰਤ ਹੈ, ਉਹ ਸਭ ਕੁਛ ਉਹਦੇ ਕੋਲ ਹੈ। ਇਹ ਗੁਰਮਤ ਦਾ ਖਿਆਲ ਹੈ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਪਾਤਸ਼ਾਹ ਫਰਮਾਉਂਦੇ ਉਹ ਜਨ ਧਨ 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 3 ਵਾਰੀ ਸ਼ਬਦ ਆਇਆ। ਇੰਨੀ ਵਡਿਆਈ ਨਾਮ ਵਾਲੇ ਦੀ ਕਰੀਏ ਗੁਰੂ ਮਹਾਰਾਜ ਨੇ। ਜਿਸ ਪ੍ਰਸਾਦ ਸਭ ਜਗਤ ਤਰਾਇਆ,
ਸਾਰੇ ਜਗਤ ਦਾ ਆਧਾਰ ਕਰ ਦਿੰਦਾ ਉਹ। ਜਨ ਆਵਨ ਕਾ ਇਹ ਹੈ ਸੁਆਓ, ਜਨ ਕੈ ਸੰਗ ਚਿਤਾਵੈ ਨਾ। ਪ੍ਰਯੋਜਨ ਕਿਆ ਹੈ ਇੱਥੇ ਜਨ ਦੇ ਆਉਣ ਦਾ? ਸੰਤਾਂ ਖਾਤਰ ਹੀ ਤਿਰਭਵਨ ਧਾਰੇ ਪ੍ਰਭੂ ਨੇ। ਯਾਨੀ ਇਹ ਸ੍ਰਿਸ਼ਟੀ ਪੈਦਾ ਹੀ ਇਸ ਕਰਕੇ ਕਰੀ ਹੈ ਵੀ ਜਿਹੜੇ ਜਨ ਹੈ ਉਹ ਉਰੇ ਆ ਕੇ ਆਪਣੀ ਹਉਮੈ ਨੂੰ ਤੜਵਾ ਕੇ ਮੇਰੇ ਨਾਲ ਆ ਕੇ ਮਿਲ ਜਾਣ, 84 ਉਹਨਾਂ ਦੀ ਖਤਮ ਹੋ ਜਾਏ। ਇਹ ਸੁਆਓ ਹੈ ਜਨ ਦੇ ਆਉਣ ਦਾ, ਇਹ ਮਨੋਰਥ ਹੈ। ਜਨ ਕੈ ਸੰਗ ਚਿਤਾਵੈ ਨਾ, ਉਸ ਜਨ ਦੇ ਸੰਗ ਰਹਿ ਕੇ ਨਾਮ ਚਿੱਤ ਆਉਂਦਾ, ਕਿਉਂਕਿ ਉਹ ਤੋਂ ਨਾਮ ਤੋਂ ਬਿਨਾਂ ਦੂਜਾ ਵਪਾਰੇ ਨਹੀਂ ਹੈ ਕੋਈ। ਨਾਮ ਹੀ ਅੰਦਰ ਇਕੱਠਾ ਕਰਦਾ ਹੈ, ਨਾਮ ਹੀ ਅੱਗੇ ਬਣਦਾ ਹੈ, ਅਤੇ ਦੂਜਿਆਂ ਨੂੰ ਵੀ ਨਾਮ ਚੇਤਾ ਆਉਂਦਾ। ਉਹਨੂੰ ਦੇਖ ਕੇ ਦਰਸ਼ਨ ਕਰਨ ਨਾਲੇ ਨਿਹਾਲ ਹੋ ਜਾਂਦਾ ਬੰਦਾ। ਆਪ ਮੁਕਤ ਮੁਕਤ ਕਰੇ ਸੰਸਾਰ, ਤਿਸ ਜਨ ਕੋ ਸਦਾ ਨਮਸਕਾਰ। ਆਪ ਵੀ ਮੁਕਤ ਹੁੰਦਾ ਹੈ, ਸੰਸਾਰ ਨੂੰ ਵੀ ਮੁਕਤੀ ਦਵਾਉਂਦਾ ਹੈ, ਔਰ ਉਸ ਜਨ ਨੂੰ ਪਾਤਸ਼ਾਹ ਫਰਮਾਉਂਦੇ ਸਦਾ ਹੀ ਨਮਸਕਾਰ ਹੈ। ਐਸੇ ਗੁਰ ਕੋ ਬਲ ਬਲ ਜਾਈਏ, ਹਰ ਸਿਮਰਨ ਜਿਸ ਗੁਰ ਤੇ ਪਾਈਏ। ਉਹਨੂੰ ਸਦਾ ਹੀ ਨਮਸਕਾਰ ਕਰਨੀ ਬਣਦੀ ਹੈ। ਸਾਧ ਸੰਗਤ ਜੀਓ, ਇਹ ਤਾਂ ਹੋਈ ਅੱਜ ਦੀ ਵਿਚਾਰ। ਥੋੜ੍ਹੀ ਜਿਹੀ ਵਿਚਾਰ ਹੋਰ ਗੁਰਮਤਿ ਦੀ ਸਾਂਝੀ ਕਰੀਏ। ਸ਼ਬਦ ਗੁਰੂ ਨਾ ਕਿ ਸਰੀਰ ਗੁਰੂ, ਇਸ ਗੱਲ ਦੀ ਪ੍ਰੋੜਤਾ ਸਿੱਖ ਇਤਿਹਾਸ 'ਚੋਂ ਲਈ ਹੈ। ਸਿੱਖ ਇਤਿਹਾਸ ਦੇ ਵਿੱਚ 1469 ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਪ੍ਰਕਾਸ਼ ਹੈ। 1469 ਤੋਂ 1539 ਤੱਕ ਉਹ ਖਿਆਤੀ 'ਚ ਰਹੇ, ਆਪਣੇ ਸਰੀਰ 'ਚ ਰਹੇ, ਔਰ ਉਹ ਧੁਰ ਤੋਂ ਹੀ ਗੁਰੂ ਸੀਗੇ। ਉਹਨਾਂ ਦੇ ਸਮੇਂ 'ਚ 3 ਗੁਰੂ ਮੂਰਤਾਂ ਹੋਰ ਵੀ ਸੀਗੀਆਂ, ਭਾਵੇਂ ਉਹ ਗੁਰੂ ਨਹੀਂ ਸੀ ਉਦੋਂ, ਲੇਕਿਨ ਉਹ ਉਸ ਟਾਈਮ ਸਰੀਰ ਵਿੱਚ ਹੈਗੇ ਸੀਗੇ। ਕੌਣ ਕੌਣ? 1479 ਦੇ ਵਿੱਚ ਗੁਰੂ ਅਮਰਦਾਸ ਜੀ, ਯਾਨੀ ਉਦੋਂ ਗੁਰੂ ਨਹੀਂ ਸੀ ਉਹ, ਅਮਰਦਾਸ ਜੀ ਕਹੀਏ, ਅਮਰਦਾਸ ਜੀ ਦਾ ਜਨਮ ਹੋਇਆ। 1504 ਵਿੱਚ ਲਹਿਣਾ ਜੀ ਦਾ ਜਨਮ ਹੋਇਆ, ਜਿਹੜੇ ਬਾਅਦ 'ਚ ਗੁਰੂ ਅੰਗਦ ਦੇਵ ਜੀ ਬਣੇ। 1534 'ਚ ਗੁਰੂ ਨਾ ਕਹੀਏ ਉਦੋਂ, ਕਿਉਂਕਿ ਉਹ ਗੁਰੂ ਨਹੀਂ ਸੀ, ਰਾਮਦਾਸ ਜੀ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ। ਇਹ 3 ਜਿਹੜੇ ਬਾਅਦ 'ਚ ਤਿੰਨੇ ਮੂਰਤਾਂ ਗੁਰੂ ਬਣੀਆਂ, ਇਹ ਉਸ ਟਾਈਮ ਹੈਗੀਆਂ ਸੀ ਜਦੋਂ ਗੁਰੂ ਨਾਨਕ ਸਾਹਿਬ ਆਪਣੇ ਸਰੀਰ 'ਚ ਸੀਗੇ, ਲੇਕਿਨ ਉਹ ਗੁਰੂ ਨਹੀਂ ਸੀ ਉਦੋਂ। ਗੁਰਿਆਈ ਨਹੀਂ ਸੀ ਉਹਨਾਂ ਦੇ ਕੋਲ, ਗੁਰਿਆਈ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਸੀ। ਕਿਉਂਕਿ ਗੁਰਿਆਈ ਅਸਲ 'ਚ ਹੈ ਹੀ, ਜਿਹੜਾ ਗੁਰੂ ਹੈ ਉਹ ਹੈ ਹੀ ਸ਼ਬਦ ਹੈ, ਸਰੀਰ ਕਰਕੇ ਹੁੰਦਾ ਹੀ ਨਹੀਂ ਇਹ। ਜਦੋਂ ਗੁਰੂ ਨਾਨਕ ਸਾਹਿਬ ਨੇ ਬਿਕੁਈਤ ਕਰ ਦਿੱਤਾ, ਯਾਨੀ ਨਾਰੀਅਲ ਰੱਖ ਕੇ 5 ਪੈਸੇ ਮੱਥਾ ਟੇਕਿਆ ਬਾਬਾ ਲਹਿਣਾ ਜੀ ਦੇ ਚਰਨਾਂ 'ਚ, ਉਦੋਂ ਤੋਂ ਗੁਰਿਆਈ ਉੱਧਰ ਚਲੇ ਗਈ। ਔਰ ਇਹ ਵੀ ਇਤਿਹਾਸ ਹੈ ਵੀ 17 ਸਤੰਬਰ 1539 ਨੂੰ, ਜਿਸ ਦਿਨ ਗੁਰੂ ਨਾਨਕ ਸਾਹਿਬ ਬਾਬਾ ਲਹਿਣਾ ਜੀ ਦੇ ਚਰਨਾਂ ਵਿੱਚ ਝੁੱਕ ਕੇ ਉਹਨਾਂ ਨੂੰ ਗੁਰੂ ਬਣਾਇਆ ਹੈ, ਉਸ ਤੋਂ 6 ਦਿਨ ਬਾਅਦ ਤੱਕ ਸਰੀਰ 'ਚ ਰਹੇ ਗੁਰੂ ਨਾਨਕ ਪਾਤਸ਼ਾਹ। ਔਰ ਜਿਹੜੀ ਸੰਗਤ ਆਉਂਦੀ ਸੀ, ਗੁਰੂ ਸਮਝ ਕੇ ਹੀ ਆਉਂਦੇ ਸੀ ਸਭ, ਉਹਨਾਂ ਨੂੰ ਖਡੂਰ ਸਾਹਿਬ ਜਾਣ ਦਾ ਇਸ਼ਾਰਾ ਕਰਦੇ ਰਹੇ ਵੀ ਭਾਈ ਗੁਰਿਆਈ ਉੱਧਰ ਚਲੇ ਗਈ, ਇਹ ਤਾਂ ਹੁਣ ਸਰੀਰ ਹੈ। ਤਾਂ ਇਹ ਗੱਲ ਕਿਆ ਦੱਸ ਰਹੀ ਹੈ ਵੀ ਗੁਰਿਆਈ ਅਸਲ 'ਚ ਸ਼ਬਦ ਹੈ, ਜਿਹਦੇ ਅੰਦਰ ਚੱਲਦਾ ਹੈ ਉਹ ਗੁਰੂ ਹੈ। ਉਹ ਸਰੀਰ ਮੁਤਬਰਕ ਹੈ, ਉਹ ਪਵਿੱਤਰ ਬਣ ਜਾਂਦਾ ਜਿੱਥੇ ਸ਼ਬਦ ਦਾ ਵਾਸਾ, ਨਾਮ ਦਾ ਵਾਸਾ ਹੋ ਜਾਂਦਾ। ਤੋ ਸਰੀਰ ਨੇ ਤਾਂ ਆਉਣਾ ਜਾਣਾ ਮਿਟ ਜਾਣਾ ਇੱਕ ਦਿਨ, ਸ਼ਬਦ ਕਦੇ ਨਹੀਂ ਮਿਟਦਾ, ਨਾਮ ਦੁਨੀਆ 'ਚੋਂ ਕਦੇ ਨਹੀਂ ਮਿਟਦਾ। ਇਸੀ ਕਰਕੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਫਰਮਾਇਆ ਗੁਰੂ ਨਾਨਕ ਪਾਤਸ਼ਾਹ ਨੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਚੌਥੇ ਪਾਤਸ਼ਾਹ ਨੇ ਵੀ ਮੋਹਰ ਲਾਈ ਹੈ ਵੀ ਬਾਣੀ ਗੁਰੂ ਹੈ, ਸ਼ਬਦ ਗੁਰੂ ਹੈ। ਨੰਦੇੜ ਸਾਹਿਬ ਜਦੋਂ ਗੁਰੂ ਸਾਹਿਬ ਨੇ 10ਵੇਂ ਨੇ ਸੋਨੇ ਪਰ ਸੁਹਾਗਾ ਹੀ ਲਗਾ ਧਾਰੀ 'ਤੇ ਬਣਾਤੀ, 5 ਸਿੰਘਾਂ ਨੂੰ ਤਾਬਿਆ ਖੜੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ, 5 ਨਾਰੀਅਲ ਰੱਖ ਕੇ ਔਰ 5 ਪੈਸੇ, ਵੀ ਅੱਜ ਤੋਂ ਬਾਅਦ ਤੁਹਾਡੇ ਭਾਈ ਇਹ ਗੁਰੂ ਹੈ, ਜਿਹਨੂੰ ਜ਼ਰੂਰਤ ਹੋਊਗੀ ਸਾਡੇ ਦਰਸ਼ਨ ਕਰਨੇ, ਉਹ ਸ਼ਬਦ ਵਿੱਚੋਂ ਕਰ ਲਿਓ, ਸ਼ਬਦ 'ਚੋਂ ਕਰ ਲਿਓ ਜਾਂ 5 ਸਿੰਘਾਂ 'ਚੋਂ ਕਰ ਲਿਓ। ਜੇ ਸਿੰਘ ਵੀ ਨਾ ਮੌਕੇ 'ਤੇ ਹੋਵੇ, ਕਿਸੇ ਨੇ ਸਵਾਲ ਕਰਤਾ ਸੀ ਵੀ ਜੇ 5 ਤਿਆਰ ਬਰ ਤਿਆਰ ਸਿੰਘ ਨਾ ਹੋਏ, ਕਹਿੰਦੇ ਭਾਈ ਤੁਸੀਂ ਤਿਆਰ ਬਰ ਤਿਆਰ ਹੋ ਕੇ ਆਪਣੇ ਦਰਸ਼ਨ ਕਰ ਲਿਓ ਆਈਨੇ 'ਚ, ਸ਼ੀਸ਼ੇ 'ਚ। ਕਿਸੇ ਮਨ ਚਲੇ ਨੇ ਸਵਾਲ ਕਰ ਦਿੱਤਾ ਵੀ ਜੇ ਸ਼ੀਸ਼ਾ ਵੀ ਨਾ ਹੋਵੇ ਜੀ ਕੋਲ, ਕਹਿੰਦੇ ਫਿਰ ਭਾਈ ਆਪਣੇ ਦਾੜੇ ਨੂੰ ਐਂ ਪਕੜ ਕੇ ਮੁੱਠੀ ਦੇ ਵਿੱਚ ਹੇਠਾਂ ਤੋਂ ਹੱਥ 'ਚ ਉੱਪਰ ਨੂੰ ਕਰਕੇ ਦਰਸ਼ਨ ਕਰ ਲਿਓ, ਮੇਰੇ ਦਰਸ਼ਨ ਹੋ ਜਾਣਗੇ। ਕੈਸੀਆਂ ਕੈਸੀਆਂ ਰੀਤਾਂ ਸਿੱਖ ਧਰਮ ਦੇ ਵਿੱਚ। ਇਹਨੂੰ ਉਹ ਬੰਦਾ ਹੀ ਸਮਝ ਸਕਦਾ ਜਿਹਦਾ ਆਪਣਾ ਹਿਰਦਾ ਨੀਵਾਂ ਹੋ ਗਿਆ, ਦਰਬ ਗਿਆ।
ਜਿਹੜਾ ਅਜੇ ਸਿਰਫ ਸਾਇੰਸ ਵਿੱਚ ਬੈਠਾ ਹੈ ਜਾਂ ਪਦਾਰਥ ਵਿੱਚ ਹੀ ਬੈਠਾ, ਉਹਨੂੰ ਇਹ ਮੰਨਣੀਆਂ ਵੀ ਔਖੀਆਂ ਗੱਲਾਂ, ਨਹੀਂ ਮੰਨ ਸਕਦਾ ਉਹਨੂੰ ਇਹ ਮੰਨਣਾ ਵੀ ਔਖਾ ਵੀ ਬਾਬਾ ਦੀਪ ਸਿੰਘ ਜੀ ਬਿਨਾਂ ਸਿਰ ਤੋਂ ਲੜਦੇ ਰਹੇ, ਦਲੀਲਾਂ ਘੜੇਗਾ, ਹੋਰ ਹੋਰ ਗੱਲਾਂ ਕਰੂਗਾ। ਉਹ ਭਾਈ ਲੜਨਾ ਤਾਂ ਇਹ ਠੀਕ ਹੈ, ਸੰਸਾਰ ਦੇ ਵਿੱਚ ਤਾਂ ਇਹ ਅਸੂਲ ਹੈਗੇ ਆ, ਜਿਹਦੀ ਗਰਦਨ ਕੱਟੀ ਗਈ ਉਹ ਡੈੱਡ ਹੋ ਜਾਂਦਾ, ਲੇਕਿਨ ਇਹ ਵੀ ਦੇਖਿਆ ਗਿਆ ਵੀ ਕੁਛ ਚਿਰ ਤੱਕ ਆਤਮਾ ਭਟਕਦੀ ਰਹਿੰਦੀ ਹੈ, ਭਟਕਦੀ ਰਹਿੰਦੀ ਹੈ। ਉਹ ਜਿਹੜੀ ਸੁਰਤ ਕਰਕੇ ਬੰਦੇ ਦਾ ਜਿਉਣ ਹੈ, ਉਹਦੇ ਤਹਿਤ ਬਾਬਾ ਦੀਪ ਸਿੰਘ ਜੀ ਨੇ ਲੜਾਈ ਕਰੀ। ਤਾਂ ਇਹ ਚੀਜ਼ਾਂ, ਕਿਉਂਕਿ ਡਿਵਾਇਨਟੀ ਜਿਹੜੀ ਹੈ ਉਹ ਪਦਾਰਥ ਤੋਂ ਬਿਲਕੁਲ ਐਬਸੋਲਿਊਟਲੀ ਉਲਟ ਹੈ। ਇਹ ਸਬਜੈਕਟਿਵ ਚੀਜ਼ਾਂ, ਇਹਨਾਂ ਨੂੰ ਮੰਨਣਾ ਬੁੱਧੀ ਖਾਤਰ ਬੇਸ਼ੱਕ ਔਖਾ, ਲੇਕਿਨ ਹੈ ਤਾਂ ਸਹੀ ਨਾ। ਜੋ ਇਤਿਹਾਸ ਹੈ ਸਾਡਾ ਬਣਿਆ ਹੈ ਉਹ ਐਵੇਂ ਤਾਂ ਹੈ ਨਹੀਂ, ਆਮ ਧਰਮਾਂ ਵਰਗਾ ਇਤਿਹਾਸ ਨਹੀਂ ਹੈ ਜਿੱਥੇ ਜ਼ਿਆਦਾ ਪਦਾਰਥ ਭਾਰੀ ਹੈ ਜਾਂ ਕਰਾਮਾਤਾਂ ਭਾਰੀਆਂ। ਸਾਨੂੰ ਤਾਂ ਗੁਰੂ ਸਾਹਿਬ ਨੇ ਸਭ ਚੀਜ਼ਾਂ ਕਰਕੇ ਦਿਖਾਈਆਂ। ਤੋ ਸਾਧ ਸੰਗਤ ਜੀ, ਹੋਏ ਤਾਂ ਅਸੀਂ ਸ਼ਬਦ ਗੁਰੂ ਦੀ ਵਿਚਾਰ ਔਰ ਇੱਕ ਖਿਆਲ ਦਾਸਰੇ ਨੂੰ ਕਈ ਵਾਰੀ ਮਨ ਵਿੱਚ ਪਹਿਲੀ ਜਿਹੜੀ ਅੱਜ ਤੋਂ 30-40 ਸਾਲ ਪਹਿਲਾਂ ਦੀ ਉਮਰ ਸੀ ਉਹਦੇ 'ਚ ਆਉਂਦਾ ਰਿਹਾ ਬਈ ਬਾਬਾ ਨਾਮਦੇਵ ਜੀ ਨੇ ਫਰਮਾਇਆ ਹੈ, ਸੋਨੇ ਕੀ ਸੂਈ ਰੁਪਏ ਕਾ ਧਾਗਾ, ਨਾਮੇ ਕਾ ਚਿਤ ਹਰ ਸੋਂ ਲਾਗਾ। ਸੋਨੇ ਦੀ ਸੂਈ ਕਿਹੜੀ ਹੈ ਤੇ ਰੁਪਏ ਦਾ ਧਾਗਾ, ਰੁਪਾ ਚਾਂਦੀ ਨੂੰ ਕਹਿੰਦੇ, ਵੀ ਉਹ ਕਿਹੜਾ ਹੈ। ਫਿਰ ਕਿਸੇ ਨੇ ਇਹ ਗਿਆਤ ਕਰਾ ਦਿੱਤੀ ਬਈ ਸੋਨਾ ਜਿਹੜਾ ਉਹ ਹਿਰਦਾ ਹੁੰਦਾ, ਸ਼ੁੱਧ ਹਿਰਦਾ ਜਿੱਥੇ ਨਾਮ ਦਾ ਵਾਸਾ ਹੋ ਜਾਂਦਾ, ਤੇ ਧਾਗਾ ਸ਼ਬਦ ਹੈ ਉਹ ਚਾਂਦੀ ਦਾ। ਮਨ ਵਿੱਚ ਜਿਹੜੀ ਗੱਲ ਕਰਵਟ ਪਾਉਂਦੀ ਰਹੀ ਉਹ ਇਹ ਸੀਗੀ ਵੀ ਸ਼ਬਦ ਵੀ ਤਾਂ ਨਾਮ ਦਾ ਹੀ ਰੂਪ ਹੈ, ਵੀ ਉਹ ਧਾਗਾ ਚਾਂਦੀ ਦਾ ਕਿਵੇਂ, ਚਾਂਦੀ ਨਾਲੋਂ ਤਾਂ ਸੋਨਾ ਉੱਤਮ ਹੁੰਦਾ, ਤੇ ਹਿਰਦਾ ਕਿਵੇਂ ਉੱਤਮ ਹੋ ਗਿਆ ਸ਼ਬਦ ਨਾਲੋਂ। ਇਹ ਸਵਾਲ ਬਣਿਆ ਰਿਹਾ। ਲੇਕਿਨ ਹੌਲੀ ਹੌਲੀ ਫਿਰ ਸੰਗਤ ਦੇ ਵਿੱਚੋਂ ਹੀ ਇਸ ਗੱਲ ਦਾ ਨਿਰਣਾ ਹੋ ਗਿਆ, ਕਿਉਂਕਿ ਗੁਰਬਾਣੀ ਦੀ ਤੁਕ ਜੇ ਸਾਹਮਣੇ ਆ ਜਾਏ ਫਿਰ ਆਪਾਂ ਨੂੰ ਤਸੱਲੀ ਹੋ ਜਾਂਦੀ ਹੈ ਵੀ ਹਾਂ ਇਹ ਗੱਲ ਪਾਏਦਾਰ ਹੈ, ਇਹ ਸਹੀ ਗੱਲ ਹੈ, ਗੁਰਮਤਿ ਅਨੁਸਾਰ ਹੈ। ਤੋ ਸਾਧ ਸੰਗਤ ਜੀਓ, ਫਿਰ ਇਹ ਗੱਲ ਦੀ ਸਮਝ ਆਈ ਬਈ ਗਿਆਨ ਕਰ ਖਿੰਥਾ ਧਿਆਨ ਕਰ ਸੂਈ, ਸ਼ਬਦ ਧਾਗਾ ਮੱਥ ਘਲ। ਇਸ ਤੁਕ ਦੇ ਵਿੱਚ ਧਾਗਾ ਸ਼ਬਦ ਨੂੰ ਹੀ ਕਿਹਾ ਗਿਆ। ਉਹ ਸ਼ਬਦ ਜਿਹੜੇ ਹਿਰਦੇ 'ਚ ਪ੍ਰਗਟ ਹੋ ਜਾਏ, ਨਾਮ ਪ੍ਰਗਟ ਹੋ ਜਾਏ, ਉਹ ਸੋਨੇ ਵਰਗਾ ਪਵਿੱਤਰ ਹੋ ਜਾਂਦਾ। ਹੁਣ ਇਹ ਜਿਹੜਾ ਸਾਡੀ ਮਨੁੱਖੀ ਬੁੱਧੀ, ਅਸੀਂ ਸੋਨੇ ਔਰ ਚਾਂਦੀ ਦਾ ਫਰਕ ਕਰਦੇ ਹਾਂ, ਗੁਰੂ ਸਾਹਿਬਾਨਾਂ ਨੇ ਇਸ ਤਰ੍ਹਾਂ ਨਹੀਂ ਕਰਿਆ, ਉਹਨਾਂ ਵਾਸਤੇ ਸਭ ਇੱਕ ਜਿਹੇ ਸੀਗੇ। ਇਹ ਕਿੱਥੋਂ ਗੱਲ ਸਾਬਤ ਹੋਈ? ਦੇਖੋ, ਜਿਹਦਾ ਸਿੰਘ ਸ਼ਬਦ ਹੈ, ਸ਼ੇਰ ਨੂੰ ਕਹਿੰਦੇ ਸਿੰਘ ਸੰਸਕ੍ਰਿਤ 'ਚ, ਸਾਨੂੰ ਖਾਲਸੇ ਨੂੰ ਵੀ ਸਿੰਘ ਬਣਾਇਆ ਗੁਰੂ ਸਾਹਿਬ ਨੇ। ਸਿੰਘ ਚੰਗੇ ਸ਼ਬਦਾਂ 'ਚ ਆਉਂਦਾ, ਗਿੱਦੜ ਬੁਰੇ ਸ਼ਬਦਾਂ 'ਚ ਆਉਂਦਾ। ਡਰਪੋਕ ਨੂੰ ਗਿੱਦੜ ਕਹਿ ਦਿੰਦੇ, ਦੂਜੇ ਨੂੰ ਸਿੰਘ ਕਹਿੰਦੇ ਆਪਾਂ। ਲੇਕਿਨ ਗੁਰਬਾਣੀ 'ਚ ਇਹਦੀ ਵਰਤੋਂ ਸਿੰਘ ਨੂੰ ਬੁਰੇ ਤੌਰ 'ਤੇ ਵੀ ਆਈ ਹੋਈ ਹੈ। ਜਬ ਲਗ ਸਿੰਘ ਰਹਿ ਬਨ ਮਾਹੇ, ਤਬ ਲਗ ਬਨ ਫੂਲੇ ਹੀ ਨਾਹੇ, ਉੱਥੇ ਹੰਕਾਰ ਨੂੰ ਸਿੰਘ ਕਿਹਾ ਗਿਆ। ਤੋ ਇਸ ਤਰ੍ਹਾਂ ਦੀ ਗੱਲ ਹੁੰਦੀ ਨਹੀਂ ਹੈ ਕਦੇ ਵੀ ਜਿਵੇਂ ਆਪਾਂ ਸੋਚਦੇ। ਤਸ਼ਬੀਹਾਂ ਹੁੰਦੀਆਂ। ਬਾਬਾ ਨਾਮਦੇਵ ਜੀ ਨੇ 2 ਵਾਰੀ ਜੈਸੇ ਬਿਖੈ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਜਿਵੇਂ ਵਿਸ਼ਈ ਬੰਦਾ ਜਿਹੜਾ ਹੁੰਦਾ, ਦੂਜੇ ਦੀ ਨਾਰੀ ਪਰ ਧਿਆਨ ਲਾਉਂਦਾ, ਉਹਦੇ ਨਾਲ ਪ੍ਰੀਤ ਕਰਦਾ ਹੈ। ਨਾਮਦੇਵ ਜੀ ਫਰਮਾਉਂਦੇ ਬਾਬਾ ਜੀ ਵੀ ਸਾਡੀ ਜਿਹੜੀ ਸੁਰਤੀ ਹੈ ਇਸ ਤਰ੍ਹਾਂ ਪਰਮਾਤਮਾ ਨਾਲ ਮਿਲਦੀ ਹੈ। ਹੁਣ ਇਹ ਚੀਜ਼ ਨੂੰ ਦੁਨੀਆਦਾਰੀ ਤਾਂ ਚੰਗਾ ਨਹੀਂ ਸਮਝਿਆ ਜਾਂਦਾ ਵੀ ਦੂਜੇ ਦੀ ਨਾਰੀ ਪਰ ਪ੍ਰੀਤ ਲਾਓ। ਗੁਰਬਾਣੀ ਵੀ ਨਹੀਂ ਚੰਗਾ ਕਹਿੰਦੀ ਇਹਨੂੰ, ਮਾਵਾਂ ਧੀਆਂ ਭੈਣਾਂ ਸਮਝੋ। ਲੇਕਿਨ ਇਹ ਤਸ਼ਬੀਹ ਹੈ, ਲਿਖਣ ਦਾ ਢੰਗ ਹੈ। ਤੋ ਇਸ ਤਰ੍ਹਾਂ ਦੀ ਗੱਲ ਹੈ ਨਹੀਂ ਹੈ ਜਿਵੇਂ ਸਾਡੀ ਬੁੱਧੀ ਸੋਚਦੀ ਹੈ ਵੀ ਸੋਨੇ ਅਤੇ ਚਾਂਦੀ 'ਚ ਫਰਕ ਹੈ। ਗੁਰਬਾਣੀ 'ਚ ਇਸ ਤਰ੍ਹਾਂ ਦਾ ਹੋਰ ਵੀ ਬਹੁਤ ਕੁਛ ਹੈਗਾ। ਉਸ ਚੀਜ਼ ਨੂੰ ਕਿਸੇ ਪ੍ਰਸੰਗ ਵਿੱਚ ਚੰਗਾ ਵੀ ਕਿਹਾ ਜਾਂਦਾ ਗੁਰਬਾਣੀ 'ਚ, ਉਸੇ ਨੂੰ ਕਿਸੇ ਹੋਰ ਪ੍ਰਸੰਗ 'ਚ ਨੈਗੇਟਿਵ ਅਰਥਾਂ ਵਿੱਚ ਵੀ ਵਰਤਿਆ ਜਾਂਦਾ। ਤੋ ਚਲੋ, ਇਹ ਵੀ ਸਵਾਲ ਹੌਲੀ ਹੌਲੀ ਸੰਗਤ ਵਿੱਚੋਂ ਹੀ ਸਮਝ ਆਇਆ। ਇੱਕ ਹੋਰ ਖਿਆਲ ਖੋਲ੍ਹ ਕੇ ਦਾਸਰਾ ਛੁੱਟੀ ਖਿਮਾ ਲਏਗਾ ਆਪ ਤੋਂ। ਸਾਧ ਸੰਗਤ ਜੀ, ਉਹ ਗੁਰਬਾਣੀ ਦੇ ਵਿੱਚ ਤੀਰਥਾਂ ਦਾ ਬਹੁਤ ਖੰਡਨ ਹੈ, ਹਜ਼ਾਰਾਂ ਹੀ ਜਗ੍ਹਾ ਖੰਡਨ ਹੈ। ਮਿਸਾਲ ਦੇ ਤੌਰ 'ਤੇ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਨਿਰਮਲ ਨਹਾਵਣ ਨਾਨਕਾ ਗੁਰ ਤੀਰਥ ਦਰਿਆਓ। ਜਿਹੜੇ ਬਾਕੀ ਦੇ ਤੀਰਥ ਹੈ ਸੰਸਾਰੀ, 68 ਤੀਰਥ ਵੀ ਕਹੇ ਜਾਂਦੇ ਆ, ਉਹਨਾਂ ਦੇ ਉੱਤੇ ਜਾ ਕੇ ਸਾਡੀ ਮੁਕਤੀ ਹੋ ਜਾਊਗੀ ਜਾਂ ਸਾਨੂੰ ਕੁਛ ਪ੍ਰਾਪਤੀ ਹੋ ਜਾਊਗੀ, ਐਸੀ ਗੱਲ ਗੁਰਮਤਿ ਨਹੀਂ ਮੰਨਦੀ। ਗੁਰਬਾਣੀ ਫਰਮਾਉਂਦੀ ਹੈ ਵੀ ਗੁਰੂ ਹੀ ਤੀਰਥ ਹੈ, ਨਾਮ ਹੀ ਤੀਰਥ ਹੈ। ਤੀਰਥ ਨਹਾਵਣ ਜਾਓ
तीर्थ नाम, तीर्थ हमरा हर को नाम। पर गुरु अमरदास जी ने गुरियाई मिलन तो बाद भी तीर्थ करिਆ। ਪਹਿਲਾਂ ਤਾਂ ਉਹ ਜਾਂਦੇ ਹੀ ਸੀ ਗੰਗਾ ਜੀ ਦੀ ਯਾਤਰਾ ਤੇ 2 ਟਾਈਮ 2 ਵਕਤ ਸਾਲ ਵਿੱਚ, ਲੇਕਿਨ ਬਾਅਦ ਵਿੱਚ ਵੀ ਤੀਰਥ ਕਰਿਆ ਉਹਨਾਂ ਨੇ। ਇਹ ਸਟਲਟੀ ਹੈ ਗੁਰਮਤਿ ਦੀ, ਇਹ ਭੇਦ ਹੈ, ਇਹਨੂੰ ਸਮਝੋ ਥੋੜਾ ਜਿਹਾ ਗੱਲ। ਨਾਵਣ ਪੁਰਬ ਅਭੀਚ ਗੁਰ ਸਤਗੁਰ ਦਰਸ ਪਿਆ। ਅਭੀਚ ਅਭਿਜਿਤ ਨਛੱਤਰ ਦੇ ਵਿੱਚ ਜਿਹੜਾ ਗ੍ਰਹਿਣ ਲੱਗਦਾ ਉਹਨੂੰ ਕਹਿੰਦੇ ਆ। ਉਹ ਜਿਹੜਾ ਗ੍ਰਹਿਣ ਲੱਗਿਆ ਸੀਗਾ, ਗੁਰੂ ਅਮਰਦਾਸ ਜੀ 1552 ਤੋਂ 1574 ਤੱਕ 22.5 ਸਾਲ ਗੁਰਿਆਈ ਰਹੀ ਹੈ ਉਹਨਾਂ ਕੋਲ। ਉਹ ਜਦੋਂ ਗੁਰੂ ਬਣੇ ਉਸ ਤੋਂ ਨੈਕਸਟ ਈਅਰ ਗੰਗਾਪੁਰ ਗਏ। ਇਹ ਚੌਥੇ ਪਾਤਸ਼ਾਹ ਨੇ ਲਿਖੀ ਹੋਈਆਂ ਬਾਤਾਂ ਗੁਰਬਾਣੀ 'ਚ, ਉਹਨਾਂ ਦਾ ਫਰਮਾਨ ਹੈ। ਤੋਂ 1563 ਦੇ ਵਿੱਚ ਅਕਬਰ ਨੇ ਜਜ਼ੀਆ ਖਤਮ ਕਰਿਆ ਸੀਗਾ, ਜਿਹੜਾ ਪਿਲਗ੍ਰਿਮੇਜ ਟੈਕਸ ਤੀਰਥ ਯਾਤਰੀਆਂ ਪਰ ਲੱਗਦਾ ਹੁੰਦਾ ਸੀ। ਜਿਹਨੇ ਦਰਸ਼ਨ ਕਰਨੇ ਸੀ ਉਹਨਾਂ ਨੂੰ ਪਹਿਲਾਂ ਟੈਕਸ ਦੇ ਕੇ ਜਾਣਾ ਪੈਂਦਾ ਸੀ। ਇਹ 1563 'ਚ ਖਤਮ ਕਰਿਆ ਸੀ ਅਕਬਰ ਨੇ। ਉਸ ਤੋਂ ਪਹਿਲਾਂ ਗੁਰਬਾਣੀ 'ਚ ਜ਼ਿਕਰ ਆਉਂਦਾ ਹੈ, ਜਾਗਾਤੀ ਮਿਲੇ ਦੇ ਭੇਂਟ ਗੁਰ ਪਿੱਛੇ ਲੰਘਾਏ ਦੀਆ। ਗੁਰੂ ਸਾਹਿਬ ਦੇ ਨਾਲ ਜਿਹੜੇ ਹੋਰ ਵੀ ਸੰਗਤ ਸੀਗੀ, ਉਹਨਾਂ ਨੂੰ ਜਗਾਤੀਆਂ ਨੇ ਕਰ ਨਹੀਂ ਲਿਆ, ਇੱਕ ਨੇ ਲੰਘਾਤਾ ਉਹਨਾਂ ਦੀ ਹਸਤੀ ਦੇਖ ਕੇ, ਉਹਨਾਂ ਦੀ ਮੂਰਤ ਦੇਖ ਕੇ। ਗੁਰਬਾਣੀ ਦਾ ਵਚਨ ਹੈ। ਤਾਂ ਉਦੋਂ ਜਜ਼ੀਆ ਲੱਗਦਾ ਸੀਗਾ। ਉਹ ਜਜ਼ੀਆ ਕਿੱਥੋਂ ਪਤਾ ਲੱਗਿਆ ਵੀ ਕਿਹੜੇ ਸੰਨ ਦੀ ਬਾਤ ਹੋ ਰਹੀ ਹੈ? ਸਾਧ ਸੰਗਤ ਜੀ, ਉਹ ਅਭਿਜੀਤ ਜਾਂ ਅਭੀਚ ਜਿਹੜਾ ਨਛੱਤਰ ਹੈ, ਉਹ 2 ਵਾਰੀ ਗ੍ਰਹਿਣ ਉਹਦੇ ਤੇ ਲੱਗਿਆ ਹੈ 22.5 ਸਾਲ 'ਚ। ਗੁਰੂ ਅਮਰਦਾਸ ਜੀ ਦੀ ਗੁਰਿਆਈ ਦੇ ਸਮੇਂ ਗ੍ਰਹਿਣ ਤਾਂ ਲੱਗਿਆ ਸੂਰਜ ਨੂੰ 19 ਵੇਰ 22.5 ਸਾਲਾਂ 'ਚ, ਲੇਕਿਨ 2 ਵਾਰੀ ਅਭਿਜੀਤ ਨਛੱਤਰ ਦੇ ਵਿੱਚ ਗ੍ਰਹਿਣ ਲੱਗਿਆ। ਉਹ 2 ਵਾਰੀ ਦਾ ਜਿਹੜਾ ਲੱਗਿਆ, ਇੱਕ ਵਾਰੀ 1553 'ਚ, ਇੱਕ ਵਾਰੀ 1564 ਵਿੱਚ। ਤੋ ਉਹ ਫਿਰ ਇਹ ਤਿਥੀ ਬਣਦੀ ਹੈ 1553 ਦੀ, ਕਿਉਂਕਿ 63 ਵਿੱਚ ਤਾਂ ਜਜ਼ੀਆ ਹਟ ਚੁੱਕਿਆ ਸੀਗਾ। ਉਸ ਤੋਂ ਬਾਅਦ ਵਾਲੇ ਗ੍ਰਹਿਣ ਦਾ ਕੋਈ ਮਤਲਬ ਨਹੀਂ। ਗੁਰੂ ਸਾਹਿਬ ਦਾ ਜ਼ਿਕਰ ਹੈ ਵੀ ਉਹਨਾਂ ਨੇ ਜਗਾਤੀਆਂ ਨੇ ਬਿਨਾਂ ਭੇਂਟ ਤੋਂ ਅੰਦਰ ਲੰਘਾਇਆ, ਉਦੋਂ ਟੈਕਸ ਲੱਗਦਾ ਸੀ। ਤੋ 14 ਜਨਵਰੀ 1553 ਨੂੰ ਗੁਰੂ ਅਮਰਦਾਸ ਜੀ ਨੇ ਗੰਗਾ ਦੀ ਯਾਤਰਾ ਕਰੀ ਹੈ। ਹੁਣ ਨੁਕਤਾ ਇਹ ਹੈ ਬਈ ਗੁਰੂ ਸਾਹਿਬ ਨੇ ਯਾਤਰਾ ਤੀਰਥਾਂ ਦੀ ਕਿਉਂ ਕਰੀ ਜਦ ਸਾਰੀ ਗੁਰਬਾਣੀ ਖੰਡਨ ਕਰਦੀ ਹੈ? ਇਹ ਗੱਲ ਉਹਨਾਂ ਖਾਤਰ ਵੀ ਹੈ ਜਿਹੜੇ ਭੋਰਿਆਂ ਤੇ ਸਵਾਲ ਖੜੇ ਕਰਦੇ ਆ। ਦਾਸ ਨੂੰ 1-2 ਫੋਨ ਵੀ ਆਏ ਆ ਕਿਸੇ ਗੁਰਸਿੱਖਾਂ ਦੇ, ਉਹ ਬੜੀ ਸ਼ਿੱਦਤ ਨਾਲ ਇਸ ਗੱਲ ਦਾ ਖੰਡਨ ਕਰਦੇ ਆ ਵੀ ਨਹੀਂ ਜੀ ਨਹੀਂ, ਗੁਰੂ ਤੇਗ ਬਹਾਦਰ ਜੀ ਭੋਰੇ 'ਚ ਨਹੀਂ ਬੈਠੇ। ਭਾਈ ਭੋਰੇ 'ਚ ਬੈਠੇ ਆ, ਇਤਿਹਾਸ ਹੈ ਇਸ ਗੱਲ ਦਾ, ਔਰ ਗੁਰਬਾਣੀ ਤੋਂ ਉਲਟ ਗੱਲ ਨਹੀਂ ਹੈ ਇਹ। ਇੱਥੋਂ ਗੱਲ ਸਮਝ ਆਇਓ, ਦੇਖਿਓ, ਕਿਉਂਕਿ ਗੁਰਬਾਣੀ ਦੇ ਵਿੱਚ ਭਾਵਨਾ ਦੇਖੀ ਜਾਂਦੀ ਹੈ ਹਰ ਗੱਲ ਦੀ, ਕਰਮ ਨਹੀਂ ਦੇਖਿਆ ਜਾਂਦਾ ਵੀ ਕਰਮ ਕਿਆ ਕਰ ਰਿਹਾ ਬੰਦਾ। ਸੋ ਉਹ ਫਿਰ ਚੌਥੇ ਪਾਤਸ਼ਾਹ ਨੇ ਇਹ ਬਾਤ ਲਿਖੀ ਹੈ, ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ। ਉੱਥੇ ਤੀਰਥ ਜਾਣ ਦਾ ਮਨੋਰਥ ਸੀ ਲੋਕਾਂ ਦਾ, ਖਲਕਤ ਦਾ ਉਧਾਰ ਕਰਨਾ, ਤਾਂ ਤੀਰਥ ਕਰਿਆ ਸੀ। ਭਾਵਨਾ ਬਦਲ ਗਈ ਨਾ। ਪਹਿਲਾਂ ਜਾਂਦੇ ਰਹੇ 2 ਵਾਰ ਗੰਗਾ ਤੇ, ਇਸ ਕਰਕੇ ਵੀ ਉਹ ਕਰਮ ਧਰਮ ਕਰਦੇ ਸੀਗੇ ਜਿਵੇਂ ਸਾਡੇ ਹਿੰਦੂ ਭਰਾ ਕਰਦੇ। ਲੇਕਿਨ ਗੁਰੂ ਬਣ ਕੇ ਜਦੋਂ ਪੂਰਾ ਅੰਦਰ ਗਿਆਨ ਹੋ ਗਿਆ, ਨਾਮ ਪ੍ਰਗਟ ਹੋ ਗਿਆ, ਗੁਰਿਆਈ ਮਿਲ ਗਈ, ਤੀਰਥ ਉਦੋਂ ਵੀ ਕਰਿਆ, ਲੇਕਿਨ ਭਾਵਨਾ ਅਲੱਗ ਹੋ ਗਈ। ਸਭ ਲੋਕਾਂ ਦਾ ਆਧਾਰ ਕਰਨ ਖਾਤਰ ਗਏ, ਜਿਵੇਂ ਗੁਰੂ ਨਾਨਕ ਸਾਹਿਬ ਵੀ ਗਏ ਸੀ ਸੂਰਜ ਗ੍ਰਹਿਣਾਂ ਤੇ, ਮੱਕੇ ਵੀ ਗਏ ਸੀਗੇ, ਹੋਰ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੇ ਯਾਤਰਾ ਕਰੀਆਂ ਸੀਗੀਆਂ, ਰੋਮ ਤੱਕ ਵੀ ਗਏ। ਭਾਵਨਾ ਦਾ ਫਰਕ ਹੁੰਦਾ ਹਰ ਗੱਲ 'ਚ। ਬਹੁਤ ਜੋ ਮਤਲਬ ਬਹੁਤ ਨਾ ਸ਼ਿੱਦਤ ਦੇ ਨਾਲ ਦਾਸਰੇ ਨਾਲ ਬਹਿਸ ਕਰੀ ਇੱਕ ਸਿੱਖ ਨੇ ਵੀ ਨਹੀਂ ਜੀ ਨਹੀਂ, ਗੁਰੂ ਤੇਗ ਬਹਾਦਰ ਜੀ ਭੋਰੇ 'ਚ ਨਹੀਂ ਬੈਠੇ। ਉਹ ਭਾਈ ਵੈਸੇ ਤਾਂ ਇਤਿਹਾਸ ਹੈ, ਆਪਾਂ ਨੂੰ ਕਿਆ ਪਤਾ ਉਸ ਟਾਈਮ ਦਾ, ਆਪਾਂ ਚਲੋ ਇੰਨਾ ਕਹਿ ਸਕਦੇ ਹਾਂ, ਪਰ ਜੋ ਇਤਿਹਾਸ ਇਤਿਹਾਸ 'ਚੋਂ ਆਪਾਂ ਨੂੰ ਬਾਤਾਂ ਮਿਲਦੀਆਂ, ਗੁਰਬਾਣੀ 'ਚੋਂ ਮਿਲਦੀਆਂ, ਕਿਉਂ ਨਾ ਉਹਨਾਂ ਨੂੰ ਮੰਨ ਲਈਏ। ਉੱਥੇ ਜਗ੍ਹਾ ਵੀ ਬਣੀ ਹੋਈ ਹੈ, ਸਾਡੇ ਇਤਿਹਾਸ 'ਚ ਵੀ ਜ਼ਿਕਰ ਆਉਂਦਾ, ਕਿਉਂ ਖੰਡਨ ਕਰੀਏ? ਜੇ ਭਾਵਨਾ ਨੇਕ ਸੀ ਤਾਂ ਕਿਉਂ ਨਹੀਂ ਬੈਠਿਆ ਜਾ ਸਕਦਾ ਭੋਰੇ 'ਚ ਇੱਕਮਿਕ ਹੋਣ ਖਾਤਰ ਪਰਮਾਤਮਾ ਦੇ ਨਾਲ? ਔਰ ਇਹ ਵੀ ਆਉਂਦਾ ਲਿਖਤ ਵਿੱਚ ਦਰਜ ਹੈ ਵੀ ਗੁਰੂ ਸਾਹਿਬ ਇਕੱਲੇ ਭਜਨੇ ਨਹੀਂ ਸੀ ਕਰਦੇ, ਉਸ ਟਾਈਮ ਵੀ ਬਾਹਰ ਨਿਕਲ ਕੇ ਘੋੜੇ ਪਰ ਉਪਦੇਸ਼ ਕਰਨ ਵੀ ਜਾਂਦੇ ਰਹੇ ਸੰਗਤਾਂ ਨੂੰ ਉਸ ਸਮੇਂ ਦੌਰਾਨ। ਔਰ ਜਿਹੜਾ ਚੜਾਵਾ ਉਹਨਾਂ ਨੂੰ ਚੜ੍ਹਦਾ ਸੀਗਾ ਉਸ ਟਾਈਮ ਵੀ ਜਦੋਂ ਭੋਰੇ 'ਚ ਸੀਗੇ, ਉਹ ਸਾਰਾ ਸੰਗਤਾਂ ਦੇ ਉੱਤੇ ਲਗਾਉਂਦੇ ਸੀ, ਬਾਹਰ ਲੰਗਰਾਂ 'ਤੇ।
ਚਲੋ ਵਿਚਾਰ ਹੈ, ਹੁਣ ਕਿਆ ਕਹਿ ਸਕਦੇ ਹਾਂ, ਕਿਸੇ ਬੰਦੇ ਦੀ ਆਪਣੀ ਜਿਹੀ ਜੀ ਵਿਚਾਰ ਹੁੰਦੀ ਹੈ, ਉਹਨੇ ਉਸ ਤਰ੍ਹਾਂ ਹੀ ਕਹਿਣੀ ਹੈ। ਸੋ ਭਾਵ ਇਹ ਹੈ ਵੀ ਗੁਰਮਤਿ ਵਿੱਚ ਭਾਵਨਾ ਦੇਖੀ ਜਾਂਦੀ ਹੈ, ਕਰਮ ਨਹੀਂ ਦੇਖਿਆ ਜਾਂਦਾ। ਜੇ ਭਾਵਨਾ ਨੇਕ ਹੈ, ਉਹ ਕਰਮ ਨੇਕ ਹੈ, ਚਾਹੇ ਦੇਖਣ ਨੂੰ ਬੁਰਾ ਲੱਗਦਾ ਹੋਵੇ। ਇਹ ਸਟਲਟੀ ਹੈ, ਨਿਊਐਂਸ ਹੈ ਗੁਰਮਤਿ ਦਾ। ਵੀ ਤੀਰਥਾਂ ਦਾ ਖੰਡਨ ਵੀ ਹੈ, ਪਰ ਗੁਰੂ ਸਾਹਿਬ ਨੇ ਤੀਰਥ ਕਰਿਆ ਵੀ ਹੈ, ਭਾਵਨਾ ਦਾ ਅੰਤਰ ਹੈ। ਇਸ ਤਰ੍ਹਾਂ ਸਮਝਣਾ ਚਾਹੀਦਾ ਗੁਰਮਤਿ ਨੂੰ। ਜੇ ਸਮਝਣਾ ਨਹੀਂ, ਗੁਰਮਤਿ ਦੀ ਸਮਝ ਨਹੀਂ ਆਉਣੀ, ਫਿਰ ਤਾਂ ਹੀ ਝਗੜੇ ਹੁੰਦੇ, ਵਿਚਾਰਾਂ ਅਲੱਗ-ਅਲੱਗ ਹੋਣ ਕਰਕੇ ਦੁਨੀਆ ਵਿੱਚ ਝਗੜੇ ਹੁੰਦੇ। ਜੇ ਗੁਰਮਤਿ ਦੀ ਅੰਦਰਲੀ ਗੱਲ ਸਮਝ ਆ ਗਈ, ਅੱਖਰਾਂ ਦੀ ਬਜਾਏ ਬਿਹਾਈਂਡ ਦਾ ਲਾਈਨ ਜਾ ਕੇ ਬਾਤ ਸਮਝ ਲਈ, ਫਿਰ ਕੋਈ ਝਗੜਾ ਨਹੀਂ ਮਨ 'ਚ ਰਹਿ ਜਾਂਦਾ, ਸਭ ਖਤਮ। ਝਗੜਾ ਏਕ ਨਵੇਰੋ ਰਾਮ, ਜੋ ਤੁਮ ਆਪਣੇ ਜਨ ਸਿਉ ਕਾਮ, ਕਬੀਰ ਜੀ ਨੇ ਫਰਮਾਇਆ। ਕਬੀਰ ਜੀ ਦਾ ਝਗੜਾ ਤਾਂ ਨਿਬੜਿਆ ਹੋਇਆ ਸੀਗਾ, ਉਹ ਤਾਂ ਸਾਡੇ ਖਾਤਰ ਲਿਖ ਰਹੇ ਹੈ ਵੀ ਜਿੰਨਾ ਚਿਰ ਮੇਰਾ ਝਗੜਾ ਨਹੀਂ ਅੰਦਰਲਾ ਨਿਬੜਦਾ, ਦੁਬਦਾ ਜਾਂਦੀ ਨਹੀਂ ਹੈ, ਮੈਨੂੰ ਸ਼ਾਂਤੀ ਉਹ ਨਹੀਂ ਆਉਂਦੀ, ਨਹੀਂ ਆ ਸਕਦੀ। ਸਿੱਧ ਸਮਾਧ ਕਰੈ ਨਿਤ ਝਗੜਾ, ਦੋਏ ਲੋਚਨ ਕਿਆ ਹੇਰ, ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗੜ ਨਿਬੇੜੈ। ਜਿੰਨਾ ਚਿਰ ਅੰਦਰ ਜੋਤ ਨਹੀਂ ਚੱਲਦੀ ਜਗਦੀ, ਅੰਦਰ ਨਾਮ ਪ੍ਰਗਟ ਨਹੀਂ ਹੁੰਦਾ, ਅਨਹਦ ਚੱਲਦਾ ਨਹੀਂ ਹੈ, ਉਦੋਂ ਤੱਕ ਝਗੜਾ ਨਿਬੜ ਨਹੀਂ ਸਕਦਾ ਕਿਸੇ ਵੀ ਸਿੱਧ ਦਾ, ਚਾਹੇ ਸਮਾਧੀਆਂ ਲੱਖ ਲਾਈ ਜਾਵੇ। ਇਹ ਗੁਰਮਤਿ ਵਿੱਚ ਇਹ ਸੰਦੇਸ਼ ਉਪਦੇਸ਼ ਹੈ ਵੀ ਜਿੰਨਾ ਚਿਰ ਸੰਗਤ ਵਿੱਚ ਜਾ ਕੇ ਬੰਦਾ ਹਉਮੈ ਨਹੀਂ ਛੱਡਦਾ, ਇਹ ਕੁਛ ਨਹੀਂ ਹੋਣਾ, ਚਾਹੇ ਸਮਾਧੀਆਂ ਜਿੰਨੀਆਂ ਮਰਜ਼ੀ ਲਾ ਲਓ, ਉਹ ਆਪਣੇ ਵੱਲੋਂ ਯਤਨ ਹੈ ਬੰਦੇ ਦਾ, ਹਠ ਯੋਗ ਹੈ ਉਹ। ਤੋ ਇਹ ਵਿਚਾਰਾਂ ਕਰਦੇ ਸਾਧ ਸੰਗਤ ਜੀ, ਟਾਈਮ ਕਾਫੀ ਹੋ ਗਿਆ, ਲਈਏ ਆਪ ਜੀ ਤੋਂ ਆਗਿਆ। ਕੋਈ ਅਪਸ਼ਬਦ ਦੀ ਦਾਸਰਾ ਵਾਰ-ਵਾਰ ਖਿਮਾ ਫੇਰ ਮੰਗਦਾ, ਦਿਓ ਕੋਈ ਅਸੀਸ ਵੀ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।